ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ। ਤੁਸੀਂ ਇਸ ਪ੍ਰੋਗਰਾਮ ਨੂੰ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੇ ਘਰਾਂ ਦੇ ਵਿੱਚ ਜੋ ਟੀਵੀ ਸੈੱਟ ਲੱਗੇ ਨੇ ਉਹਨਾਂ ਉੱਪਰ ਅਸੀਂ ਹਾਜ਼ਰ ਹੋਇਆ ਕਰਦੇ ਹਾਂ। ਔਰ ਨਾਲ ਦੀ ਨਾਲ ਅਸੀਂ ਹਾਜ਼ਰੀ ਲਵਾਉਣੇ ਆ ਤੁਹਾਡੇ ਫੇਸਬੁੱਕ ਪੇਜ ਦੇ ਉੱਪਰ ਵੀ। ਜਿੰਨਾ ਵੀ ਫੇਸਬੁੱਕ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਅਸੀਂ ਨਾਲ ਦੀ ਨਾਲ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਲਾਈਵ ਹੋ ਕੇ ਫੇਸਬੁੱਕ ਜ਼ਰੀਏ ਵੀ ਤੁਹਾਡੇ ਰੂਬਰੂ ਹੋ ਸਕੀਏ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ। ਕਿਸੇ ਕਿਸਮ ਦਾ ਸਵਾਲ ਜਾਂ ਸੁਝਾਅ ਜਾਂ ਤੁਸੀਂ ਕੋਈ ਫੀਡਬੈਕ ਦੇਣੀ ਚਾਹੁੰਦੇ ਆ ਪ੍ਰੋਗਰਾਮ ਦੇ ਸੰਬੰਧਤ ਤਾਂ 905 790 9099 ਸਟੂਡੀਓ ਦਾ ਨੰਬਰ ਹੈ। ਔਰ ਨੰਬਰ ਨੂੰ ਤੁਸੀਂ ਸਕਰੀਨ ਦੇ ਥੱਲੇ ਵੀ ਫਲੈਸ਼ ਹੁੰਦਾ ਦੇਖ ਸਕਦੇ ਹੋ। ਔਰ ਜਦੋਂ ਕੋਸ਼ਿਸ਼ ਅਸੀਂ ਕਹਿੰਦੇ ਹਾਂ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਨਵੇਕਲਾ ਵੱਖਰਾ ਵਿਲੱਖਣ ਕਰ ਸਕੀਏ, ਇਸੇ ਕਰਕੇ ਸਾਡੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਔਰ ਜ਼ਿੰਮੇਵਾਰੀ ਦਾ ਹੀ ਅਹਿਸਾਸ ਹੈ ਕਿ ਅਸੀਂ ਕੋਈ ਮਿਹਨਤ ਵੀ ਨਾਲ ਨਾਲ ਆਪਣੀ ਜਿਹੜੀ ਹੈ ਕਰ ਰਹੇ ਹਾਂ। ਔਰ ਤੁਸੀਂ ਵੀ ਆਪਣਾ ਸਾਨੂੰ ਫੀਡਬੈਕ ਦੇ ਕੇ ਸਾਡੀ ਇਸ ਮਿਹਨਤ ਨੂੰ ਜ਼ਰੂਰ ਦੱਸਿਆ ਕਰੋ ਕਿ ਵੀ ਅਸੀਂ ਸਹੀ ਤਰੀਕੇ ਨਾਲ ਕਰ ਵੀ ਰਹੇ ਹਾਂ ਕਿ ਨਹੀਂ। ਸੋ ਦੂਜੀ ਗੱਲ ਇਹ ਕਿ ਜਦੋਂ ਵੀ ਕੋਈ ਤੁਸੀਂ ਚਾਹੁੰਦੇ ਹੋ ਕਿ ਸਾਡੇ ਵਿਸ਼ੇ ਨੂੰ, ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਜਾਂ ਕੱਲ੍ਹ ਦੀ ਗੱਲ ਕਰੀਏ, ਇੱਕ ਭੈਣ ਜੀ ਨੇ ਵੈਨਕੂਵਰ ਤੋਂ ਆਪਣੀ ਵਿਥਿਆ ਸੁਣਾਈ ਕਿ ਅਸੀਂ ਇੰਡੀਆ ਤੋਂ ਵੈਨਕੂਵਰ ਤੱਕ ਦਾ ਜਿਹੜਾ ਰਸਤਾ ਤੈਅ ਕਰਨਾ ਸੀ, ਕਿਸੇ ਕਾਰਨ ਕਰਕੇ ਟੋਰਾਂਟੋ ਸਟੇ ਸੀ। ਟੋਰਾਂਟੋ ਦੇ ਵਿੱਚ ਬੈਗੇਜ ਨਾ ਹੋਣ ਕਰਕੇ ਫਲਾਈਟ ਜਿਹੜੀ ਆ ਉਹ ਸਾਡੀ ਚਲੀ ਗਈ, ਜਾਂ ਇਹ ਕਹਿ ਲਓ ਫਲਾਈਟ ਮਿਸ ਹੋ ਗਈ। ਸੋ ਉਹਨਾਂ ਨੇ ਇਹ ਵਿਸ਼ਾ ਸਾਨੂੰ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਪਰ ਵੀ ਅਸੀਂ ਗੱਲ ਕਰਾਂਗੇ ਵੀ ਇਹ ਕਸੂਰ ਕਿਸ ਦਾ, ਸਾਡੇ ਆਮ ਲੋਕਾਂ ਦਾ, ਪ੍ਰਸ਼ਾਸਨ ਦਾ, ਅਥਾਰਟੀਜ਼ ਦਾ ਜਾਂ ਏਅਰਲਾਈਨ ਕੰਪਨੀਜ਼ ਦਾ। ਇਹਦੇ ਉੱਪਰ ਚਰਚਾ ਕਰਾਂਗੇ। ਤੁਸੀਂ ਵੀ ਇਸ ਤਰ੍ਹਾਂ ਦੇ ਵਿਸ਼ੇ ਨੂੰ ਉਜਾਗਰ ਕਰ ਸਕਦੇ ਹਾਂ, ਦੱਸ ਸਕਦੇ ਹਾਂ, ਤਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਵਿਸ਼ੇ ਉੱਪਰ ਕੰਮ ਕਰ ਸਕੀਏ। ਸੋ ਅੱਜ ਤੁਹਾਡੀ ਸਾਂਝ ਪਾਉਣੇ ਆ ਅੱਜ ਇੱਕ ਇਹ ਜੇ ਵਿਸ਼ੇ ਦੇ ਨਾਲ, ਅਜਿਹੇ ਵਿਸ਼ੇ ਦੇ ਨਾਲ ਜੋ ਕਿ ਅਧਿਆਤਮ ਨਾਲ ਵੀ ਜੋੜ ਸਕਦੇ ਹਾਂ, ਅਸੀਂ ਧਰਮ ਨਾਲ ਵੀ ਜੋੜ ਸਕਦੇ ਹਾਂ। ਸੋ ਗੁਰਬਾਣੀ ਦੇ ਵਿੱਚ ਸਵਰਗ ਨਰਕ ਦੀ ਜੋ ਪਰਿਭਾਸ਼ਾ ਹੈ, ਜਾਂ ਇਹ ਕਹਿ ਲਓ ਕਿ ਜਦੋਂ ਅਸੀਂ ਕਾਲ ਦੀ ਗੱਲ ਕਰਦੇ ਹਾਂ ਜਾਂ ਹੋਰ ਅਜਿਹੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਵਿਗਿਆਨ ਨਹੀਂ ਮੰਨਦਾ, ਜਾਂ ਇਹ ਕਹਿ ਲਓ ਕਿ ਤਰਕਸ਼ੀਲ ਜਾਂ ਤਰਕ ਰੱਖਣ ਵਾਲਾ ਜਿਹੜਾ ਮਨੁੱਖ ਹੈ, ਵਿਅਕਤੀ ਹੈ, ਉਹ ਨਹੀਂ ਮੰਨਦਾ, ਫਿਰ ਅਸੀਂ ਉਸ ਵਿਅਕਤੀ ਨੂੰ ਕਹਿ ਦਿੰਦੇ ਹਾਂ ਵੀ ਇਹ ਤਾਂ ਨਾਸਤਿਕ ਹੈ। ਹੁਣ ਆਸਤਿਕ ਅਤੇ ਨਾਸਤਿਕ ਦੇ ਬਾਰੇ ਅਸੀਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਕੀਤਾ ਸੀ ਭਾਈ ਬਲਜੀਤ ਸਿੰਘ ਹੋਰਾਂ ਨਾਲ, ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਵਰਗ ਨਰਕ ਕੀ ਹੈ, ਕਾਲ ਕੀ ਹੈ, ਇਹ ਭੂਤ ਪ੍ਰੇਤ ਹੁੰਦੇ ਨੇ, ਜਾਂ ਅਜਿਹੇ ਜਿਹੜੇ ਗੁਰਬਾਣੀ ਦੇ ਵਿੱਚ ਜੋ ਦਰਜ ਸ਼ਬਦ ਹੈ ਜਿਨ੍ਹਾਂ ਨੂੰ ਵਿਗਿਆਨ ਕਈ ਵਾਰੀ ਨਹੀਂ ਮੰਨਦਾ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਲੋਕ ਜੋ ਨਾਸਤਿਕ ਇਹਨਾਂ ਸ਼ਬਦਾਂ ਨੂੰ ਨਹੀਂ ਮੰਨਦੇ, ਉਹਨਾਂ ਉੱਪਰ ਅਸੀਂ ਚਰਚਾ ਕਰ ਰਹੇ ਹਾਂ। ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੋਇਆ ਇਸ ਨਾਲ ਸੰਬੰਧਿਤ ਤਾਂ ਜ਼ਰੂਰ ਕਾਲ ਕਰਕੇ ਜ਼ਰੂਰ ਤੁਸੀਂ ਸਾਨੂੰ ਦੱਸੋ। ਔਰ ਹੋ ਸਕਦਾ ਤੁਹਾਡੇ ਸਵਾਲ ਦੇ ਨਾਲ ਸਾਡੇ ਇਸ ਪ੍ਰੋਗਰਾਮ ਨੂੰ ਹੋਰ ਬੂਸਟ ਮਿਲੇ। ਸੋ ਅੱਜ ਫਿਰ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ 'ਤੇ ਭਾਈ ਬਲਜੀਤ ਸਿੰਘ ਪਹੁੰਚੇ ਨੇ। ਸੋ ਭਾਈ ਬਲਜੀਤ ਸਿੰਘ ਜੀ ਦਾ ਸਵਾਗਤ ਕਰਦੇ ਹਾਂ, ਨਾਲ ਉਹਨਾਂ ਦੇ ਉੱਪਰ ਜਿਹੜੇ ਸਵਾਲ ਨੇ ਉਹਨਾਂ ਉੱਪਰ ਚਰਚਾ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸੋ ਭਾਈ ਸਾਹਿਬ ਜੀ, ਜਿਵੇਂ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ, ਦਰਸ਼ਕਾਂ ਨੂੰ ਦੱਸ ਰਿਹਾ ਸੀ ਕਿ ਵੀ ਸਵਰਗ ਨਰਕ ਅਸਲ ਦੇ ਵਿੱਚ ਜੋ ਗੁਰਬਾਣੀ ਦੇ ਮੁਤਾਬਕ, ਕਿਉਂਕਿ ਹੁਣ ਅਧਿਆਤਮ ਜਾਂ ਅਸੀਂ ਧਰਮ ਦੀ ਜਦੋਂ ਵੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਮੁਤਾਬਕ ਜਿਹੜਾ ਸਵਰਗ ਨਰਕ ਹੈ ਉਹ ਅਸਲ ਦੇ ਵਿੱਚ ਹੈ ਕੀ ਹੈ? ਵਿਜ਼ਨ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਭਾਈ ਸਾਹਿਬ, ਜਦੋਂ ਵੀ ਗੁਰਬਾਣੀ ਦਾ ਆਪਾਂ ਕੋਈ ਵੀ ਸ਼ਬਦ ਥੋੜਾ ਖੋਲ ਕੇ ਪਿਆਰ ਸਹਿਤ ਵਾਚਣਾ ਹੋਵੇ ਜਾਂ ਉਹਦੇ ਅਰਥ ਜਾਣਦੇ ਹੋਣ ਤਾਂ ਆਪਾਂ ਹਰ ਵਾਰੀ ਇਹ ਸੋਚੀਦਾ ਵੀ ਉਹ ਸ਼ਬਦ ਨੂੰ ਦੇਖੀਦਾ ਵੀ ਗੁਰਬਾਣੀ ਵਿੱਚ ਕਿਸ ਸੰਦਰਭ ਵਿੱਚ ਆਇਆ ਜੀ, ਕਾਹਦੇ ਵਾਸਤੇ ਵਰਤਿਆ ਗਿਆ। ਤੁਸੀਂ ਵੇਖੋ ਕਵੀ ਕੀ ਕਰਦਾ ਹੈ। ਕਵੀ ਲੋਕਾਂ ਨੂੰ ਸਮਝਾਉਣ ਵਾਸਤੇ ਉੱਥੋਂ ਦੀ ਭਾਸ਼ਾ ਦੇ ਵਿੱਚ ਜਿਹੜੇ ਸੌਖੇ ਸ਼ਬਦ ਲੋਕਾਂ ਨੂੰ ਸਮਝ ਆ ਸਕਣ ਉਹ ਆਪਣੀ ਰਚਨਾ ਦੇ ਵਿੱਚ ਉਹ ਪਰੋਂਦਾ ਹੈ ਜੀ। ਬਿਲਕੁਲ ਉਹਨੇ ਦੇਖਣਾ ਵਾ ਵੀ ਕਿਹੜੀ ਚੀਜ਼ ਲੋਕਾਂ ਨੂੰ ਸੌਖੀ ਸਮਝ ਆ ਸਕਦੀ ਹੈ। ਠੀਕ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ ਆ ਜਿਹੜੇ ਉਸ ਵੇਲੇ ਦੇ ਚੱਲਦੇ ਜੋ ਸਮਾਜ ਸੀਗਾ ਉਹਨਾਂ ਨੂੰ ਸਮਝਾਉਣ ਵਾਸਤੇ ਬੜੇ ਸੋਹਣੇ ਸਿੱਧ ਹੋਏ ਸੀਗੇ ਜੀ। ਜਿਵੇਂ ਹੁਣ ਗੁਰਬਾਣੀ ਵਿੱਚ ਪਾਰਜਾਤ ਸ਼ਬਦ ਆਇਆ, ਕਾਮਧੇਨ ਸ਼ਬਦ ਆਇਆ, ਪਾਰਸ ਸ਼ਬਦ ਆਇਆ ਜੀ। ਹੁਣ ਇਹ ਸ਼ਬਦਾਂ ਦੀ ਜਦੋਂ ਆਪਾਂ ਪਰਿਭਾਸ਼ਾ ਜਾਣਨੀ ਹੋਵੇ ਤਾਂ ਇਹ ਆਪਾਂ ਨੂੰ ਬੜੇ ਅਜੀਬ ਜਿਹੇ ਸ਼ਬਦ ਲੱਗਦੇ ਨੇ, ਕਿਉਂਕਿ ਸਾਇੰਸ ਦੀ
ਕਸਵੱਟੀ ਤੇ ਖਰੇ ਨਹੀਂ ਉਤਰਦੇ। ਪਾਰਸ ਕੀ ਹੁੰਦਾ ਵੀ ਜਿਹੜਾ ਏਦਾਂ ਸ਼ੂਓ ਲੋਹੇ ਵਰਗ ਨੂੰ ਵੀ ਸੋਨਾ ਕਰ ਦਿੰਦਾ। ਇੰਨੀ ਛੇਤੀ ਕੋਈ ਵੀ ਚੀਜ਼ ਕਿਰਿਆ ਕਰਕੇ ਕਿਸੇ ਨੂੰ ਜਿਹੜੀ ਆ ਉਹ ਦੂਸਰੀ ਚੀਜ਼ 'ਚ ਬਦਲ ਨਹੀਂ ਸਕਦੀ। ਇਦਾਂ ਹੀ ਉਸ ਵੇਲੇ ਦੇ ਬਹੁਤ ਸਾਰੇ ਪ੍ਰਚਲਿਤ ਸ਼ਬਦ ਸੀ, ਉਹਨਾਂ ਵਿੱਚ ਹੀ ਸਵਰਗ ਨਰਕ ਸੀ, ਉਹਨਾਂ ਵਿੱਚ ਹੀ ਜਮ ਸੀ, ਉਹਨਾਂ 'ਚ ਹੀ ਜਮਰਾਜ ਸੀ, ਇਹ ਸਾਰੀਆਂ ਚੀਜ਼ਾਂ ਸੀ। ਇਹ ਇੱਕ ਕਵੀ ਨੇ ਦੇਖਣਾ ਵਾ ਵੀ ਕਿੱਦਾਂ ਮੈਂ ਲੋਕਾਂ ਨੂੰ ਇਸ ਚੀਜ਼ ਬਾਰੇ ਸਮਝਾ ਸਕਦਾ ਜੀ। ਹੁਣ ਗੁਰਬਾਣੀ ਦੇ ਵਿੱਚ ਵੀ ਉਹਨਾਂ ਚੀਜ਼ਾਂ ਨੂੰ ਇਸੇ ਸੰਦਰਭ ਦੇ ਵਿੱਚ ਲਿਆ ਗਿਆ, ਕਿਉਂਕਿ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਦਾ ਤਾਣਾ ਬਾਣਾ ਬਹੁਤ ਖਿਲਰਿਆ ਹੋਇਆ ਸੀ ਜੀ। ਲੋਕ ਸਵਰਗ ਬਾਰੇ, ਨਰਕ ਬਾਰੇ, ਜਾਂ ਥੋੜਾ ਜਿਹਾ ਆਪਾਂ ਪਿਛੋਕੜ ਦੇਖ ਲਈਏ ਤਾਂ ਕੀ ਆ ਵੀ ਧਰਮ ਦੇ ਵਿੱਚ ਲਿਆਉਣ ਵਾਸਤੇ ਸ਼ਾਇਦ ਕੁਛ ਕੁ ਜਿਹੜਾ ਲਾਲਚ ਦਿੱਤਾ ਜਾਂਦਾ ਸੀ ਉਹਨੂੰ ਸਵਰਗਾਂ ਦਾ ਲਾਰਾ ਮਿਥ ਲਿਆ ਗਿਆ, ਤੇ ਧਰਮ ਵਿੱਚ ਲਿਆਉਣ ਵਾਸਤੇ ਕਿਸੇ ਸਮੇਂ ਕੁਝ ਲੋਕਾਂ ਵੱਲੋਂ ਕੁਝ ਥੋੜਾ ਜਿਹਾ ਡਰ ਦਿੱਤਾ ਜਾਂਦਾ ਸੀ, ਉਸੇ ਚੀਜ਼ ਨੂੰ ਉਹਨਾਂ ਨੇ ਨਰਕ ਮਿਥ ਲਿਆ। ਠੀਕ। ਹੁਣ ਗੁਰਬਾਣੀ ਦੇ ਵਿੱਚ ਜੇ ਜ਼ਰੂਰੀ ਨਹੀਂ ਵੀ ਜਿਹੜੇ ਸ਼ਬਦ ਗੁਰੂ ਸਾਹਿਬ ਜੀ ਨੇ ਵਰਤੇ ਨੇ ਉਹਨਾਂ ਸ਼ਬਦਾਂ ਨੂੰ ਅਸੀਂ ਵੀ ਮੰਨਣਾ ਹੀ ਮੰਨਣਾ, ਕਿਉਂਕਿ ਇਹ ਮੁਹਾਵਰੇ ਵੀ ਹੋ ਸਕਦੇ ਨੇ। ਮੈਂ ਛੋਟੀ ਜਿਹੀ ਐਗਜ਼ਾਮਪਲ ਇੱਥੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਕੋਈ ਜਿਸ ਤਰ੍ਹਾਂ ਹੁਣ ਭਾਵੇਂ ਫਿਰ ਮੈਂ ਕਹਾਂ ਵੀ ਕਵੀਆਂ ਦੀ ਆਪਣੀ ਵਰਤੀ ਭਾਸ਼ਾ ਆ, ਜ਼ਰੂਰੀ ਨਹੀਂ ਵੀ ਪਸ਼ੂ ਪੰਛੀ ਵੀ ਗੱਲਾਂ ਕਰਦੇ ਹੁੰਦੇ ਆ। ਹੁਣ ਇੱਕ ਦ੍ਰਿਸ਼ਟਾਂਤ ਦਿੱਤਾ, ਉਹ ਕਹਿੰਦਾ ਵੀ ਇੱਕ ਵਾਰ ਜੰਗਲ ਦੇ ਕੁਝ ਗਧਿਆਂ ਨੂੰ ਮਿਲਣ ਵਾਸਤੇ ਕਿਸੇ ਸ਼ਹਿਰ ਦਾ ਇੱਕ ਗਧਾ ਆ ਗਿਆ ਜੀ। ਹੁਣ ਜਿਹੜੇ ਜੰਗਲ ਦੇ ਗਧੇ ਨੇ ਉਹਨੂੰ ਪੁੱਛਦੇ ਨੇ ਵੀ ਭਰਾਵਾ ਤੂੰ ਕਿਹੋ ਜਿਹੇ ਮਾਹੌਲ 'ਚ ਰਹਿਣਾ, ਕਿਵੇਂ ਦਾ ਤੂੰ ਖਾਂਦਾ ਪੀਂਦਾ ਆ, ਕਿਹੋ ਜਿਹੀ ਤੂੰ ਜ਼ਿੰਦਗੀ ਜੀਣਾ। ਉਹ ਉਹਨਾਂ ਨੂੰ ਪੁੱਛਣ ਲੱਗ ਗਿਆ ਵੀ ਤੁਸੀਂ ਪਹਿਲਾਂ ਦੱਸੋ। ਕਹਿੰਦੇ ਜੀ ਅਸੀਂ ਤਾਂ ਬੜੇ ਖੁੱਲੇ ਰਹਿੰਦੇ ਆ, ਵੀ ਕਿਸੇ ਨੇ ਸਾਨੂੰ ਕੋਈ ਰੱਸਾ ਨਹੀਂ ਪਾਇਆ, ਅਸੀਂ ਖੁੱਲਾ ਖਾਂਦੇ, ਕਿਸੇ ਵੇਲੇ ਤਾਂ ਸੋਹਣੀ ਘਾਹ ਵੀ ਹੁੰਦੀ ਹੈ, ਕਿਸੇ ਵੇਲੇ ਗਰਮੀ ਪੈ ਜੇ ਤੇ ਫਾਕੇ ਵੀ ਕੱਟਣੇ ਪੈਂਦੇ ਆ, ਪਰ ਅਸੀਂ ਕਿਸੇ ਦੇ ਗੁਲਾਮ ਨਹੀਂ ਆ। ਤੇ ਦੂਸਰੇ ਉਹਨੂੰ ਪੁੱਛਣ ਲੱਗ ਗਏ, ਉਹ ਕਹਿੰਦਾ ਵੀ ਮੈਂ ਕੀ ਕਰਾਂ, ਵੀ ਮੈਨੂੰ ਤਾਂ ਹਰ ਵੇਲੇ ਰੱਸੀ ਨਾਲ ਮੈਂ ਵੱਜਾ ਰਹਿਣਾ ਜੀ, ਚੰਗੀ ਪ੍ਰੋਪਰ ਕਿਸੇ ਵੇਲੇ ਮੈਨੂੰ ਕਹਿ ਲਓ ਵੀ ਚਾਰਾ ਰੋਟੀ ਵੀ ਮਿਲਦੀ ਨਹੀਂ ਆ, ਮੈਂ ਬੜਾ ਔਖੀ ਜੀ ਜ਼ਿੰਦਗੀ ਜੀਣਾ। ਉਹਨੂੰ ਕਹਿੰਦੇ ਵੀ ਫਿਰ ਤੂੰ ਇਹ ਸਾਰਾ ਕੁਝ ਛੱਡ ਕੇ ਸਾਡੇ ਤਰ੍ਹਾਂ ਆਜ਼ਾਦ ਹੋ ਕੇ ਕਿਉਂ ਨਹੀਂ ਘੁੰਮਦਾ ਜੀ, ਸਾਡੇ ਨਾਲ ਆ ਕੇ ਕਿਉਂ ਨਹੀਂ ਰਹਿੰਦਾ। ਉਹ ਅੱਗਿਓਂ ਆਖਦਾ ਵੀ ਕੀ ਕਰਾਂ, ਵੀ ਮੇਰੀ ਇੱਕ ਛੋਟੀ ਜੀ ਗੱਲ ਹੈ ਜਿਹਦੇ ਕਰਕੇ ਮੈਂ ਨਹੀਂ ਆ ਸਕਦਾ। ਕਹਿੰਦੇ ਕੀ? ਕਹਿੰਦੇ ਅਸਲ ਦੇ ਵਿੱਚ ਜਿਹੜੇ ਕੋਲ ਧੋਬੀ ਕੋਲ ਮੈਂ ਰਹਿਣਾ ਨਾ, ਉਹਦੀ ਇੱਕ ਬੇਟੀ ਹੈ। ਅੱਛਾ। ਉਹਦੀ ਬੇਟੀ ਜਦੋਂ ਵੀ ਕੋਈ ਗਲਤ ਕੰਮ ਕਰਦੀ ਹੈ ਨਾ, ਤੇ ਮੇਰਾ ਮਾਲਕ ਉਹਨੂੰ ਡਾਂਟਦਾ ਹੋਇਆ ਕਹਿ ਦਿੰਦਾ ਵੀ ਸਿੱਧੇ ਕੰਮ ਕਰ, ਨਹੀਂ ਤੇ ਤੈਨੂੰ ਮੈਂ ਇੱਕ ਗਧੇ ਨਾਲ ਵਿਆਹ ਦੇਣਾ। ਉਹ ਕਹਿੰਦਾ ਵੀ ਉੱਥੇ ਹੁਣ ਗਧਾ ਮੈਂ ਹੀ ਆ, ਤੇ ਮੈਨੂੰ ਲੱਗਦਾ ਵਾ ਵੀ ਮੈਨੂੰ ਕਦੇ ਚਾਂਸ ਮਿਲੂ। ਹੁਣ ਉਹ ਕੀ ਸੀ, ਇੱਕ ਮੁਹਾਵਰੇ ਨੂੰ ਅਸਲੀਅਤ ਸਮਝ ਕੇ ਬੈਠ ਗਏ। ਅਸੀਂ ਗੁਰਬਾਣੀ ਵਿੱਚ ਆਏ ਸ਼ਬਦਾਂ ਨੂੰ, ਚਾਹੇ ਉਹ ਕੋਈ ਵੀ ਸਵਰਗ ਹੋਵੇ, ਨਰਕ ਹੋਵੇ, ਅਸੀਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਵੱਲੋਂ ਜੋ ਮੁਹਾਵਰੇ ਅਖਾਣ ਵਰਤੇ ਗਏ ਸੀ ਵੀ ਭਾਈ ਇਹ ਸੰਸਾਰ ਸਵਰਗ ਵਰਗਾ ਬਣਾਇਆ, ਭਾਈ ਤੁਸੀਂ ਇਸ ਸੰਸਾਰ ਨੂੰ ਨਰਕ ਬਣਾਇਆ, ਗੰਦਾ ਬਣਾਇਆ, ਇਹਨਾਂ ਚੀਜ਼ਾਂ ਨੂੰ, ਇਹਨਾਂ ਸ਼ਬਦਾਂ ਨੂੰ ਅਸੀਂ ਇਹ ਕਹਿ ਲਈਏ ਸਿੱਧਾ ਹੀ, ਮੈਂ ਤਾਂ ਸੌਖੀ ਵੀ ਅਸੀਂ ਸਮਝ ਨਹੀਂ ਸਕੇ। ਅਸੀਂ ਗਧਿਆਂ ਨੇ ਉਹ ਮੁਹਾਵਰਿਆਂ ਨੂੰ ਸੱਚ ਹੀ ਜਾਣਦੇ ਆ। ਉਹ ਚੀਜ਼ਾਂ ਤਾਂ ਕਰਕੇ ਗੁਰਬਾਣੀ ਕੁਝ ਹੋਰ ਪਾਸੇ ਤੋਂ ਦਿਖਾਉਂਦੀ ਸੀ, ਅਸੀਂ ਕਿਸੇ ਹੋਰ ਐਂਗਲ। ਸੋ ਸਿੱਟਾ ਇਹ ਨਿਕਲਦਾ ਹੈ ਕਿ ਵੀ ਗੁਰਬਾਣੀ ਕਹਿ ਰਹੀ ਹੈ ਕਿ ਵੀ ਜੋ ਦ੍ਰਿਸ਼ਟਾਂਤ ਹੁੰਦੇ ਨੇ ਉਹ ਅਸਲ ਦੇ ਵਿੱਚ ਸਿੰਬਲ ਹੁੰਦੇ ਨੇ। ਸੋ ਇੱਕ ਕਾਲ ਲੈ ਲਈਏ, ਫਿਰ ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਤੱਕ ਤੋਂ ਬੋਲ ਰਿਹਾ ਜੀ। ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ, ਸਵਾਗਤ ਹੈ ਤੁਹਾਡਾ ਪ੍ਰੋਗਰਾਮ। ਜਦੋਂ ਪਿਛਲੀ ਵਾਰ ਵੀ ਭਾਈ ਸਾਹਿਬ ਜੀ ਆਏ ਸੀ, ਉਦੋਂ ਵੀ ਮੈਂ ਇਹ ਸਵਾਲ ਕੀਤਾ ਸੀ ਭਾਈ ਸਾਹਿਬ ਨੂੰ ਜੀ, ਸਵਰਗ ਨਰਕ ਵਾਲਾ ਜੀ। ਤੇ ਉਦੋਂ ਵੀ ਇਹਨਾਂ ਨੇ ਇਹ ਵੀ ਕਿਹਾ ਸੀ ਵੀ ਆਪਾਂ ਇੱਕ ਉਦਾਹਰਨਾਂ ਦਿੱਤੀਆਂ ਸੀ ਗੁਰੂ ਸਾਹਿਬ ਨੇ ਜੀ ਜੀ। ਪਰ ਮੇਰਾ ਇੱਕ ਮੰਨਣਾ ਹੈ ਜੀ, ਆਪਾਂ ਗੁਰੂ ਸਾਹਿਬ ਆਪਣੇ ਸਾਰਿਆਂ ਦੇ ਆਪਾਂ ਗੁਰੂ ਮੰਨਦੇ ਹਾਂ, ਉਹ ਹੈਗੇ ਵੀ ਹੈ ਜੀ, ਠੀਕ ਹੈ ਜੀ। ਪਰ ਮੇਰੀ ਪਤਾ ਨਹੀਂ, ਹੋ ਸਕਦਾ ਮੈਂ ਗਲਤ ਹੋਵਾਂ ਸ਼ਾਇਦ, ਜੇ ਉਹਦੇ ਵਿੱਚ ਮੈਨੂੰ ਉਹ ਇੱਕ ਸੱਚ ਹੈ ਜੀ, ਗੁਰੂ ਬਾਣੀ ਸੱਚ ਹੈ, ਠੀਕ। ਉਹਦੇ ਚ ਮੇਰੀ ਛੋਟਾ ਜਿਹੀ ਉਮਰ ਹੈ ਜੀ, ਮੈਂ ਹੋ ਸਕਦਾ ਘੱਟ ਸਿਆਣਾ ਭਾਈ ਸਾਹਿਬ ਨਾਲ ਘੱਟ ਹੈ ਜੀ, ਬਟ ਮੈਨੂੰ ਲੱਗਦਾ ਨਹੀਂ ਵੀ ਉਹਦੇ ਚ ਕੋਈ ਉਦਾਹਰਨ, ਜੇ ਉਦਾਹਰਨ ਹੈ ਤਾਂ ਇਟ ਮੀਨਸ ਉਹ ਸੱਚ ਨਹੀਂ। ਠੀਕ, ਸਹੀ ਹੈ ਬਿਲਕੁਲ ਨਹੀਂ, ਤੁਹਾਡਾ ਬਿਲਕੁਲ ਗੁਰਬਾਣੀ ਸੱਚ ਹੈ ਜੀ, ਇਹ ਆਪਾਂ ਮੰਨਦੇ, ਬਿਲਕੁਲ ਠੀਕ ਤੁਹਾਡੀ ਗੱਲ। ਜੇ ਉਹ ਸੱਚ ਹੈ ਫਿਰ ਉਦਾਹਰਨ ਨਹੀਂ। ਜੇ ਉਹ ਸ਼ਬਦ ਗੁਰਬਾਣੀ ਦੇ ਵਿੱਚ ਦਰਜ ਹੈ ਤਾਂ ਉਹ ਸੱਚਾਈ ਹੁੰਦੀ ਹੈ। ਜੇ ਉਹ ਜੇ ਆਪਾਂ ਗੁਰਬਾਣੀ ਨੂੰ ਸੱਚ ਮੰਨਦੇ ਹਾਂ ਜਾਂ ਉਹਨੂੰ ਉਦਾਹਰਨ ਲੈ ਕੇ ਕਿਹਾ ਗਿਆ ਜਾਂ ਸ਼ਬਦਾਂ ਨੂੰ ਦਰਜ ਕੀਤਾ ਗਿਆ, ਤਾਂ ਉਹ ਵੀ ਸਵਰਗ ਨਰਕ ਜਾਂ ਜਮਦੂਤ ਆ, ਉਹ ਵੀ ਸੱਚ ਹੋਣਾ ਚਾਹੀਦਾ। ਤੁਹਾਡਾ ਇਹੀ ਸਵਾਲ ਹੈ? ਬਿਲਕੁਲ ਜੀ,
ਹਾਂਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਵਾਲ ਕਰਨ ਦੇ ਲਈ, ਔਰ ਤੁਸੀਂ ਆਫ ਦੀ ਏਅਰ ਸੁਣ ਲਓ। ਅਗਰ ਤੁਹਾਨੂੰ ਕੋਈ ਫਿਰ ਵੀ ਕੋਈ ਇਸ ਤਰ੍ਹਾਂ ਦਾ ਸ਼ੰਕਾ ਹੋਇਆ ਤਾਂ ਜ਼ਰੂਰ ਕਾਲ ਕਰੋ। ਬਹੁਤ ਬਹੁਤ ਸ਼ੁਕਰੀਆ ਜੀ ਭਾਈ ਸਾਹਿਬ। ਇਹ ਬਿਲਕੁਲ ਇਹਨਾਂ ਦੀ ਗੱਲ, ਇਹਨਾਂ ਦੇ ਕਹਿਣ ਦਾ ਮਤਲਬ ਆ ਵੀ ਗੁਰਬਾਣੀ ਸੱਚ ਹੈ, ਫਿਰ ਉਹਦੇ ਵਿੱਚ ਦਿੱਤੀਆਂ ਉਦਾਹਰਨਾਂ ਵੀ ਝੂਠ ਨਹੀਂ ਹੋ ਸਕਦੀਆਂ। ਬਿਲਕੁਲ ਠੀਕ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜੀ ਵੀ ਜਿਹੜੀਆਂ ਉਦਾਹਰਨਾਂ ਉਹ ਬਿਲਕੁਲ ਸੱਚੀਆਂ ਹੀ ਨੇ, ਪਰ ਕੀ ਉਹ ਸਮਾਜ ਦੇ ਵਿੱਚ ਉਦਾਹਰਨਾਂ ਜੀਂਦੀਆਂ ਨੇ ਜਾਂ ਨਹੀਂ, ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ। ਜਿੱਦਾਂ ਹੁਣ ਮੈਂ ਇੱਕ ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਹੈ ਜੀ। ਹੁਣ ਉਹ ਉਦਾਹਰਨ ਸਮਾਜ 'ਚ ਪ੍ਰਚਲਿਤ ਸੀ। ਗੁਰੂ ਨਾਨਕ ਸਾਹਿਬ ਜੀ ਉਹ ਸਮਾਜ 'ਚ ਕੀ ਪ੍ਰਚਲਿਤ ਸੀ, ਅੱਜ ਵੀ ਸ਼ਾਇਦ ਅਨਪੜ੍ਹ ਲੋਕਾਂ ਦੇ ਦਿਮਾਗ 'ਚ ਹੈ ਵੀ ਧਰਤੀ ਨੂੰ ਇੱਕ ਬਲਦ ਨੇ ਸਿੰਘਾਂ ਤੇ ਚੁੱਕਿਆ ਹੋਇਆ। ਠੀਕ। ਇਹ ਉਸ ਵੇਲੇ ਵੀ ਪ੍ਰਚਲਿਤ ਸੀ। ਤੇ ਗੁਰੂ ਸਾਹਿਬ ਜੀ ਉਸ ਵੇਲੇ ਦੇ ਲੋਕਾਂ ਨੂੰ ਜਿੱਦਾਂ ਕਹਿ ਲਓ ਵੀ ਜਿੱਦਾਂ ਖੁੰਡ ਚਰਚਾ ਹੁੰਦੀ, ਏਦਾਂ ਬੈਠ ਕੇ ਉਹਨਾਂ ਪੰਡਤਾਂ ਨੂੰ ਸਵਾਲ ਕਰਦੇ ਆ ਵੀ ਪੰਡਿਤ ਜੀ ਮੈਂ ਸੁਣਿਆ ਲੋਕ ਕਹਿ ਰਹੇ ਨੇ ਵੀ ਏਦਾਂ ਬਲਦ ਨੇ ਧਰਤੀ ਨੂੰ ਸਿੰਘਾਂ ਤੇ ਚੁੱਕਿਆ। ਉਹ ਕਹਿੰਦੇ ਜੀ ਬਿਲਕੁਲ ਚੁੱਕਿਆ, ਸਾਡੇ ਗ੍ਰੰਥ ਕਹਿੰਦੇ ਨੇ ਜੀ। ਗੁਰੂ ਨਾਨਕ ਸਾਹਿਬ ਜੀ ਨੇ ਹੁਣ ਇਹ ਨਹੀਂ ਕਿਹਾ ਵੀ ਨਹੀਂ ਮੈਂ ਨਹੀਂ ਮੰਨਦਾ। ਗੁਰੂ ਸਾਹਿਬ ਜੀ ਨੇ ਦਲੀਲ, ਚਾਹੇ ਇਹਨੂੰ ਤਰਕ ਕਹਿ ਲਓ ਚਾਹੇ ਉਦਾਹਰਨ ਕਹਿ ਲਓ, ਏਦਾਂ ਗੱਲ ਕੀਤੀ। ਗੁਰੂ ਸਾਹਿਬ ਜੀ ਕਹਿੰਦੇ ਵੀ ਫਿਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜਿਹੜੇ ਬਲਦ ਨੇ ਧਰਤੀ ਨੂੰ ਚੁੱਕਿਆ ਉਹ ਬਲਦ ਆਪ ਕਿੱਥੇ ਖੜੋਤਾ। ਠੀਕ ਹੈ। ਇਹੋ ਜਿਹਾ ਸਵਾਲ ਕਦੇ ਪਹਿਲਾਂ ਕਿਸੇ ਨੇ ਕੀਤਾ ਨਹੀਂ ਸੀ ਵੀ ਜਿੱਦਾਂ ਅੱਜ ਵੀ ਕੋਈ ਕਿਸੇ ਨੂੰ ਪੁੱਛੇ ਨਾ ਵੀ ਇਹ ਸਵਰਗ ਕਿਹੜੇ ਪਲੈਨਟ ਤੇ ਹੈ ਜਾਂ ਨਰਕ ਕਿਹੜੇ ਪਲੈਨਟ ਤੇ, ਇਦਾਂ ਕਿਸੇ ਨੇ ਪੁੱਛਿਆ ਨਹੀਂ ਹੁੰਦਾ। ਖੈਰ ਉਹਨਾਂ ਨੂੰ ਕੋਈ ਜਵਾਬ ਨਹੀਂ ਸੁਝਿਆ। ਉਹਨੂੰ ਕਹਿੰਦੇ ਜੀ ਥੱਲੇ ਇੱਕ ਹੋਰ ਧਰਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਅੱਛਾ ਫਿਰ ਉਸ ਧਰਤੀ ਨੂੰ ਕਿਹਨੇ ਚੁੱਕਿਆ। ਠੀਕ ਹੈ। ਹੁਣ ਉਹਨਾਂ ਨੂੰ ਜਵਾਬ ਤਾਂ ਕੋਈ ਸਾਇੰਟੀਫਿਕ ਰੀਜ਼ਨ ਨਾਲ ਦੇਣਾ ਨਹੀਂ ਸੀ ਆਉਂਦਾ। ਉਹਨਾਂ ਸੋਚਿਆ ਵੀ ਅਲੜ ਜੀ ਉਮਰ ਦਾ ਬੱਚਾ, ਇਹਨੂੰ ਕੀ ਪਤਾ, ਅਸੀਂ ਬਹੁਤ ਵੱਡੇ ਵੇਦਾਂ ਦੇ ਗਿਆਤਾ। ਉਹ ਕਹਿਣ ਲੱਗੇ ਵੀ ਥੱਲੇ ਇੱਕ ਹੋਰ ਧਰਤੀ, ਉਸ ਧਰਤੀ ਨੂੰ ਕਹਿੰਦੇ ਵੀ ਕਿਹਨੇ ਚੁੱਕਿਆ। ਕਹਿੰਦੇ ਜੀ ਉਹਨੂੰ ਇੱਕ ਹੋਰ ਬਲਦ ਨੇ ਚੁੱਕਿਆ। ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਕਾਤੇ ਖੜਾ ਜੀ, ਇੱਕ ਹੋਰ ਧਰਤੀ ਹੈ। ਗੁਰੂ ਸਾਹਿਬ ਜੀ ਪੁੱਛੀ ਜਾਂਦੇ, ਉਹ ਦੱਸੀ ਜਾਂਦੇ ਨੇ ਇੱਕ ਬਲਦ ਇੱਕ ਧਰਤੀ, ਇੱਕ ਬਲਦ ਇੱਕ ਧਰਤੀ। ਗੁਰੂ ਸਾਹਿਬ ਜੀ ਨੇ ਫਿਰ ਅਖੀਰ ਤੇ ਗੱਲ ਮੁਕਾਈ, ਕਹਿੰਦੇ ਮੰਨ ਲਓ 100 ਧਰਤੀਆਂ 100 ਬਲਦ ਜੀ, 1000 ਧਰਤੀਆਂ 1000 ਬਲਦ, ਲੱਖ ਧਰਤੀਆਂ ਲੱਖ ਬਲਦ। ਅਖੀਰ ਦੇ ਉੱਤੇ ਮੰਨ ਲਓ ਜੇ ਬਲਦ ਹੈ, ਜੇ ਬਲਦ ਹੈ ਤੇ ਕਾਤੇ ਖੜੋਤਾ, ਜੇ ਧਰਤੀ ਹੈ ਤੇ ਉਹਨੂੰ ਕਿਹਨੇ ਚੁੱਕਿਆ ਜੀ। ਜਪਜੀ ਸਾਹਿਬ ਦੇ ਵਿੱਚ ਬਕਾਇਦਾ ਪ੍ਰਮਾਣ ਹੈ, ਜੇ ਕੋ ਗੁੱਜੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ। ਬਿਲਕੁਲ। ਜਿਹੜਾ ਅਖੀਰ ਦੇ ਉੱਤੇ ਉਹ ਕਿਹਨੇ ਕਰਿਆ। ਹੁਣ ਉਹਨਾਂ ਨੂੰ ਜਵਾਬ ਨਹੀਂ ਸੀ ਆਇਆ। ਫਿਰ ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਜਿਹਾ ਜਵਾਬ ਦਿੱਤਾ ਸੀ। ਕਹਿੰਦੇ ਅਸਲ ਜੀ ਪੰਡਿਤ ਜੀ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ। ਅਖੀਰ ਵਾਲੇ ਦਾ ਦੱਸੋ, ਨਹੀਂ ਜਵਾਬ ਆਇਆ। ਗੁਰੂ ਜੀ ਕਹਿੰਦੇ ਅਸਲ ਜੀ ਪੰਡਿਤ ਜੀ ਸੁਣੋ, ਧਰਤੀ ਨੂੰ ਚੁੱਕਿਆ ਵਾਕਈ ਇੱਕ ਬਲਦ ਨਹੀਂ ਹੈ, ਪਰ ਉਹ ਬਲਦ ਕੋਈ ਸਿੰਘਾਂ ਵਾਲਾ ਨਹੀਂ ਹੈ, ਉਹ ਬਲਦ ਕੋਈ ਪੂਛ ਵਾਲਾ ਨਹੀਂ ਹੈ। ਉਹ ਕੌਣ ਹੈ? ਧੌਲ ਧਰਮ ਦਇਆ ਕਾ ਪੂਤ। ਉਹ ਧਰਮ ਰੂਪੀ ਬਲਦ ਹੈ ਜੀ। ਬਿਲਕੁਲ। ਜਿਸ ਦਿਨ ਦੁਨੀਆ ਤੋਂ, ਜਿਸ ਦਿਨ ਧਰਮ ਦਾ ਪਲੜਾ ਧਰਤੀ ਨੇ ਛੱਡ ਦਿੱਤਾ ਨਾ, ਉਸ ਦਿਨ ਸੱਚਮੁੱਚ ਹੀ ਇਹ ਡਿੱਗ ਜਾਏਗੀ। ਡਿੱਗ ਜਾਏਗੀ ਭਾਵ ਕਿ ਵੀ ਇਹ ਵਿਨਾਸ਼ ਵੱਲ ਨੂੰ ਚਲੀ ਜਾਏਗੀ ਜੀ। ਹੁਣ ਉੱਥੇ ਇੱਕ ਉਦਾਹਰਨ ਸੀ, ਪਰ ਉਹ ਉਦਾਹਰਨ ਇੱਕ ਸਮਝਾਉਣ ਵਾਸਤੇ ਹੈ। ਹੁਣ ਜੇ ਆਪਾਂ ਮੰਨੀਏ ਵੀ ਗੁਰਬਾਣੀ ਸੱਚ ਹੈ, ਫਿਰ ਆਪਾਂ ਨੂੰ ਇਹ ਮੰਨਣਾ ਪਏਗਾ ਵੀ ਸੱਚਮੁੱਚ ਹੀ ਏਦਾਂ ਬਲਦਾਂ ਨੇ ਚੁੱਕੀ ਜੀ। ਦਿੱਤੀ ਉਦਾਹਰਨ ਹੀ ਗੁਰੂ ਸਾਹਿਬ ਜੀ ਨੇ, ਪਰ ਉਦਾਹਰਨ ਨਾਲ ਕਿਹੜੇ ਐਂਗਲ ਤੋਂ ਗੱਲ ਸਪਸ਼ਟ ਹੁੰਦੀ ਆਪਾਂ ਇਹ ਕਰਨਾ ਜੀ ਜੀ। ਪਾਰਸ, ਪਾਰਜਾਤ, ਕਾਮ ਧੇਨ, ਸਵਰਗ, ਨਰਕ, ਇਦਾਂ ਬਹੁਤ ਸਾਰੇ ਸ਼ਬਦ ਨੇ, ਉਹ ਇਦਾਂ ਹੀ ਹੌਲੀ ਹੌਲੀ ਸਿੱਧ ਹੁੰਦੇ ਆ। ਜੇ ਇੱਕ ਕਾਲ ਆ ਰਹੀ ਹੈ ਫਿਰ ਆਪਾਂ ਉਹਨਾਂ ਦੇ ਕਾਲ ਲੈ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਜੀ। ਉਹ ਮੇਰਾ ਫਿਰ ਉਹ ਸਵਾਲ ਹੈ ਜੀ ਕਿ ਜੇ ਇਸ ਧਰਤੀ ਤੋਂ ਬਾਹਰ ਕੁਝ ਨਹੀਂ ਹੈ ਜੀ, ਤਾਂ ਫਿਰ ਗੁਰਬਾਣੀ ਦੇ ਵਿੱਚ 5 ਖੰਡ ਆਉਂਦੇ ਆ, 3 ਲੋਕ ਆਉਂਦੇ ਆ, ਜਿਵੇਂ ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਧਰਮ ਖੰਡ, ਸੱਚ ਖੰਡ ਜੀ, ਗੰਮ ਲੋਕ, ਲੱਖ ਲੋਕ, ਨਾਮੀ ਲੋਕ ਜੀ। ਇਹ ਇਸ ਧਰਤੀ ਤੇ ਹੈ ਜਾਂ ਇਸ ਧਰਤੀ ਤੋਂ ਕਿਤੇ ਪਾਸੇ ਹੈ? ਤੋ ਤੁਹਾਡਾ ਸਵਾਲ ਨਹੀਂ ਸਮਝ ਆਇਆ, ਤੁਸੀਂ ਦੁਬਾਰਾ ਆਪਣਾ ਸਵਾਲ ਰਿਪੀਟ ਕਰੋਗੇ? ਕੀ ਕਹਿ ਰਹੇ ਤੁਸੀਂ? ਗੁਰਬਾਣੀ ਦੇ ਵਿੱਚ ਖੰਡਾਂ ਦੀ ਗੱਲ ਵੀ ਹੋਈ ਹੈ ਜੀ। ਬਿਲਕੁਲ ਬਿਲਕੁਲ ਠੀਕ ਹੈ। ਖੰਡ 5 ਖੰਡ ਨਹੀਂ ਹੋਏ ਆਪਾਂ ਸੁਣੇ ਹੋਣਗੇ। ਬਿਲਕੁਲ ਠੀਕ ਹੈ। ਹਾਂਜੀ। 5 ਲੋਕ ਉਹ ਇਸ ਧਰਤੀ ਤੇ ਹੈ ਜਾਂ ਕਿਤੇ ਹੋਰ ਹੈ? ਜੇ ਉਹ ਕਿਤੇ ਹੋਰ ਹੈ ਜੀ, ਤਾਂ ਇਟ ਮੀਨਸ ਫਿਰ ਸਵਰਗ ਨਰਕ ਵੀ ਕਿਤੇ ਹੋਰ ਹੈ। ਠੀਕ ਹੈ। ਤੁਹਾਡਾ ਸਵਾਲ ਪਹੁੰਚ ਗਿਆ ਔਰ ਬੜਾ ਇੰਟਰਸਟਿੰਗ ਸਵਾਲ ਹੈ। ਫਿਰ ਆਪਾਂ ਇਹਦੇ
ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਔਰ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦਾ ਜੋ ਸਮਾਂ ਹੁੰਦਾ 7 ਤੋਂ 8 ਹੁੰਦਾ ਹੈ। ਅੱਜ ਜੋ ਵਿਸ਼ਾ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਆਏ ਹਾਂ ਉਹ ਇਹ ਹੈ ਕਿ ਵੀ ਧਰਮ ਰਾਜ ਸਵਰਗ ਨਰਕ ਅਸਲ ਦੇ ਵਿੱਚ ਹੁੰਦਾ ਕੀ ਹੈ। ਗੁਰਬਾਣੀ ਮੁਤਾਬਕ ਅਗਰ ਜੇ ਸ਼ਬਦ ਐਗਜ਼ਿਸਟ ਕਰਦੇ ਨੇ ਤਾਂ ਕੀ ਧਰਮ ਰਾਜ ਯਮਦੂਤ ਯਮ ਜਾਂ ਸਵਰਗ ਨਰਕ ਕਿਸੇ ਹੋਰ ਧਰਤੀ 'ਤੇ ਜਾਂ ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਆਕਾਸ਼ ਦੇ ਵੱਲ ਇਸ਼ਾਰਾ ਕਰਕੇ ਕਿ ਉੱਪਰ ਧਰਮ ਰਾਜ ਸਵਰਗ ਨਰਕ ਵਾਕਿਆ ਹੀ ਵਸਿਆ ਹੋਇਆ, ਜਾਂ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਭੂਤ ਪ੍ਰੇਤ ਦੀ ਗੱਲ ਕਰਦੇ ਹਾਂ, ਜਿਵੇਂ ਭਾਈ ਸਾਹਿਬ ਨੇ ਪਹਿਲਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਕਿ ਪਾਰਸ ਹੁੰਦਾ ਜਾਂ ਕੋਈ ਪਾਰਸ ਨੂੰ ਜਦੋਂ ਕਿਸੇ ਲੋਹੇ ਨਾਲ ਛੁਹਾ ਦਿਓ ਤਾਂ ਉਹ ਸੋਨਾ ਬਣ ਜਾਂਦਾ, ਸ਼ਲੇਡਾ ਹੁੰਦਾ, ਬਹੁਤ ਸਾਰੇ ਅਜਿਹੇ ਸ਼ਬਦ ਹੈ ਕਿ ਇਹ ਸਾਰੇ ਦੇ ਸਾਰੇ ਐਗਜ਼ਿਸਟ ਕਰਦੇ ਆ ਗੁਰਬਾਣੀ ਮੁਤਾਬਕ। ਉਹਨਾਂ ਉੱਪਰ ਵਿਚਾਰ ਚਰਚਾ ਹੋ ਰਹੀ ਹੈ। ਸੋ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ ਜੀ। ਸੋ ਗੱਲ ਕਰ ਰਹੇ ਸੀ ਅਸੀਂ ਖੰਡਾਂ ਦੀ, ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸਾਰੇ ਜਿਹੜੇ ਖੰਡ ਨੇ ਇਹਨਾਂ ਉੱਪਰ ਚਰਚਾ ਕਰ ਰਹੇ ਸੀ। ਇੱਕ ਸਾਨੂੰ ਕਾਲਰ ਨੇ ਜਿਹੜਾ ਸਵਾਲ ਬੜਾ ਸੋਹਣਾ ਕੀਤਾ ਸੀ, ਜੇ ਸ਼ਬਦ ਹੈਗੇ ਨੇ ਗੁਰਬਾਣੀ 'ਚ ਆਉਂਦੇ ਨੇ ਤਾਂ ਕੀ ਇਹ ਵਾਕਿਆ ਹੀ ਐਗਜ਼ਿਸਟ ਕਰਦੇ ਆ? ਮਤਲਬ ਉਹਨਾਂ ਦਾ ਵੀ ਇਹੀ ਸਵਾਲ ਸੀ। ਤੇ ਜੇ ਇੱਕ ਸਵਰਗ ਨਰਕ ਹੈਗਾ ਜਾਂ ਧਰਮ ਰਾਜ ਕੋਈ ਹੈਗਾ ਤਾਂ ਕਿਸੇ ਹੋਰ ਧਰਤੀ 'ਤੇ ਤਾਂ ਨਹੀਂ ਉਹਨੇ ਆਪਣਾ ਡੇਰਾ ਲਾਇਆ ਹੋਇਆ ਕਿਤੇ? ਬਿਲਕੁਲ। ਅਸਲ 'ਚ ਜਦੋਂ ਵੀ 5 ਖੰਡਾਂ ਦੀ ਗੱਲ ਕੀਤੀ ਜਾਂਦੀ ਭਾਈ ਸਾਹਿਬ, ਤੇ ਉਹਦੇ 'ਚ ਜਿਹੜਾ ਸ਼ਬਦ ਆਉਂਦਾ ਨਾ ਸੱਚਖੰਡ, ਸੱਚਖੰਡ ਸ਼ਬਦ ਅਸੀਂ ਤਕਰੀਬਨ ਗੁਰੂ ਸਾਹਿਬ ਸੱਚਖੰਡ ਜਾ ਵਿਰਾਜੇ, ਗੁਰੂ ਸਾਹਿਬ ਸੱਚਖੰਡ ਚਲੇ ਗਏ ਜਾਂ ਫਲਾਣਾ ਬੰਦਾ ਸੱਚਖੰਡ ਚਲਾ ਗਿਆ, ਅਸੀਂ ਸੱਚਖੰਡ ਸ਼ਬਦ ਵੀ ਸਵਰਗ ਨਾਲ ਹੀ ਜੋੜਿਆ ਹੋਇਆ ਜੀ। ਉਹ ਫਿਰ ਸੱਚਖੰਡ ਤੋਂ ਹੀ ਸਾਨੂੰ ਐਂ ਲੱਗਦਾ ਵੀ ਜਿੱਦਾਂ ਬਾਕੀ ਜਿਹੜੇ ਧਰਮਖੰਡ, ਗਿਆਨ ਖੰਡ ਜਾਂ ਉਹ ਕਰਮਖੰਡ ਜਾਂ ਸ਼ਰਮਖੰਡ ਨੇ, ਇਹ ਵੀ ਸ਼ਾਇਦ ਸੱਚਖੰਡ ਦੀ ਤਰ੍ਹਾਂ ਸਾਡੇ ਅਸੀਂ ਕਿਸੇ ਹੋਰ ਹੀ ਥਾਂ ਦੇ ਉੱਤੇ ਮਿਥ ਲਏ ਨੇ। ਪਰ ਜਦੋਂ ਤੁਸੀਂ ਬੜੇ ਪਿਆਰ ਸਹਿਤ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਨੂੰ ਆਪਾਂ ਪੜਾਂਗੇ ਨਾ ਜੀ, ਤਾਂ ਗੁਰੂ ਸਾਹਿਬ ਜੀ ਵੈਸੇ ਗੁਰਬਾਣੀ 'ਚ ਕਿਤੇ ਵੀ ਕਿਸੇ ਹੋਰ ਜਗ੍ਹਾ ਦੀ ਗੱਲ ਨਹੀਂ ਕੀਤੀ ਗਈ। ਇਸ ਧਰਤੀ ਤੇ ਰਹਿਣ ਵਾਲੇ ਸਾਨੂੰ ਮਨੁੱਖਾਂ ਨੂੰ ਹੀ ਸਮਝਾਇਆ ਗਿਆ, ਚਾਹੇ ਉਹ ਉਦਾਹਰਨਾਂ ਪੰਛੀਆਂ ਦੀਆਂ ਦੇਣੀਆਂ ਪਈਆਂ, ਚਾਹੇ ਉਦਾਹਰਨਾਂ ਪੱਥਰਾਂ ਦੀਆਂ, ਚਾਹੇ ਘਾਹ ਫੂਸ ਛੱਪੜ ਤੱਕ ਦੀਆਂ ਉਦਾਹਰਨਾਂ ਗੁਰੂ ਸਾਹਿਬ ਜੀ ਨੂੰ ਦੇਣੀਆਂ ਪਈਆਂ, ਪਰ ਸਮਝਾਇਆ ਸਾਨੂੰ ਹੀ। ਮਾਫ ਕਰਨਾ, ਗੱਲ ਨੂੰ ਆਪਾਂ ਇਦਾਂ ਹੀ ਕੰਟੀਨਿਊ ਕਰਾਂਗੇ। ਇੱਕ ਕਾਲ ਲੈ ਲਈ, ਉਹਨਾਂ ਦਾ ਸਵਾਲ ਲਿਖ ਲੈਂਦੇ ਆਪਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ। ਮੈਂ ਤਾਂ ਸਿਰਫ ਇੱਕ ਐਡੀਸ਼ਨ ਕਰਦੀ ਸੀ ਜੀ। ਜਿੱਦਾਂ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲਾਂ ਕਰ ਰਹੇ ਹਾਂ ਹਨਾ, ਜੋ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਬਹੁਤ ਵੱਡੇ ਸਾਇੰਸਦਾਨ ਮੰਨਿਆ ਜਾਂਦਾ ਜੀ ਹਨਾ। ਉਹਨਾਂ ਨੇ ਕੋਈ ਵੀ ਗੱਲ ਬਿਨਾਂ ਲੌਜਿਕ ਤੋਂ ਕੀਤੀ। ਉਹਨਾਂ ਨੇ ਇਹ ਚੀਜ਼ਾਂ ਨਹੀਂ ਮੰਨੀਆਂ ਹੈਗੀਆਂ ਵੀ ਭੂਤ ਪ੍ਰੇਤ ਜਾਂ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ। ਉਹਨਾਂ ਨੇ ਹਰ ਚੀਜ਼ ਦਾ ਲੌਜਿਕ ਦਿੱਤਾ ਸੀ ਜੀ, ਉਹਨਾਂ ਨੇ ਸਾਇੰਟਿਫਿਕਲੀ ਪ੍ਰੂਵ ਕੀਤਾ ਸੀ। तो मेरे अकॉर्डिंग जो भाई साहब कह रहे हैं आई थिंक वो राइट है, बाकी मैं रॉन्ग भी हो सकती हूँ। थैंक यू। शुक्रिया कॉल करने के लिए और थोड़ा सुझाव भाई साहब तक भी पहुँच गया और दर्शकों तक भी बहुत बहुत धन्यवाद। सो भाई साहब ਜਿਹੜਾ ਆਪਾਂ ਗੱਲ ਕਰ ਰਹੇ ਹਾਂ ਨਾ ਉਹੀ ਵੀ ਜੋ ਤੁਸੀਂ ਸਿੰਬੋਲਿਕ ਦੀ ਗੱਲ ਕਰ ਰਹੇ ਹੋ ਵੀ ਇੱਕ ਸਿੰਬਲ ਹੁੰਦੇ ਨੇ ਗੁਰੂ ਸਾਹਿਬਾਨ ਵੱਲੋਂ ਸਿੰਬਲ ਦਿੱਤੇ ਜਾਂਦੇ ਆ ਜਾਂ ਤੁਲਨਾਤਮਕ ਅਧਿਐਨ ਦੇ ਤੌਰ ਤੇ ਦੱਸੀ ਜਾਂਦੀ ਗੱਲ, ਤਾਂ ਤੁਸੀਂ ਸੱਚਖੰਡ, ਕਰਮਖੰਡ, ਗਿਆਨ ਖੰਡ ਦੀ ਗੱਲ ਕਰ ਰਹੇ ਸੀ, ਉੱਥੋਂ ਹੀ ਆਪਾਂ ਕੰਟੀਨਿਊ ਕਰਦੇ। ਮੈਂ ਉਹ ਵੀ ਦੱਸ ਰਿਹਾ ਵੀ ਇਹ ਅਸਲ ਦੇ ਵਿੱਚ ਵੀਰ ਜੀ ਮਨ ਦੀ ਅਵਸਥਾ ਦੇ ਅਲੱਗ-ਅਲੱਗ ਪਹਿਲੂ ਨੇ ਜੀ, ਵੀ ਕਿੱਦਾਂ ਅਸੀਂ ਇੱਕ ਧਰਮ ਵਾਲੇ ਪਾਸੇ ਤੁਰਨਾ, ਕਿੱਦਾਂ ਸਾਡੇ ਕੋਲ ਗਿਆਨ ਹੋਣਾ ਚਾਹੀਦਾ। ਜੇ ਫਿਰ ਅਸੀਂ ਧਰਮ ਵਾਲੇ ਪਾਸੇ ਗਿਆਨ ਲੈ ਕੇ ਚੱਲਣਾ ਹੈ ਤੇ ਕਿੱਦਾਂ ਸਾਡੀ ਸ਼ਰਮ ਹੁੰਦਾ ਹਿੰਦੀ ਦਾ ਸ਼ਬਦ ਪਰਿਸ਼ਰਮ, ਵੀ ਕਿੱਦਾਂ ਸਾਡੀ ਮਿਹਨਤ ਹੋਣੀ ਚਾਹੀਦੀ ਹੈ। ਫਿਰ ਕਿੱਦਾਂ ਜਦੋਂ ਤੁਸੀਂ ਮਿਹਨਤ ਵੀ ਕਰਦੇ ਹੋ, ਗਿਆਨ ਵੀ ਹਾਸਲ ਕਰਦੇ ਹੋ, ਇੱਕ ਧਰਮ ਵਾਲਾ ਰਾਹ ਵੀ ਚੁਣਦੇ ਹੋ, ਤੇ ਕਿੱਦਾਂ ਤੁਹਾਨੂੰ ਗੁਰੂ ਸਾਹਿਬ ਜੀ ਕਰਮ ਯਾਨੀ ਬਖਸ਼ਿਸ਼ ਤੁਹਾਡੇ ਤੇ ਕਰਦੇ ਨੇ। ਫਿਰ ਸੱਚਮੁੱਚ ਹੀ ਤੁਹਾਡਾ ਸੁਭਾਅ ਇੱਕ ਸੱਚਖੰਡ ਵਰਗਾ ਹੋ ਜਾਂਦਾ, ਜਿੱਥੇ ਸੱਚਮੁੱਚ ਹੀ ਨਿਰੰਕਾਰ ਰਹਿੰਦਾ, ਜਿਹੜਾ ਸੱਚਖੰਡ ਵਸੈ ਨਿਰੰਕਾਰ। ਹੁਣ ਰੱਬ ਜਿਹੜਾ ਆ ਉਹ ਰੱਬ ਦੇਖੋ, ਇੱਕ ਪਾਸੇ ਜੇ ਆਪਾਂ ਇਹ ਸੱਚਖੰਡ ਨੂੰ ਕਿਸੇ ਹੋਰ ਧਰਤੀ ਤੇ ਮਿੱਥਦੇ ਆ ਵੀ ਸੱਚਖੰਡ ਵਸੈ ਨਿਰੰਕਾਰ ਜੀ, ਫਿਰ ਗੁਰਬਾਣੀ 'ਚ ਤਾਂ ਇਹ ਵੀ ਲਿਖਿਆ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਬਿਲਕੁਲ, ਪਰਮਾਤਮਾ ਭਾਵੇਂ ਚਲੋ ਹਰ ਕਾਇਨਾਤ ਦੇ ਜਰਦੇ ਦੇ ਵਿੱਚ ਰਹਿੰਦਾ ਆ, ਇਹ 'ਚ ਕੋਈ ਸ਼ੱਕ ਨਹੀਂ ਆ, ਪਰ ਗੁਰੂ ਸਾਹਿਬ ਜੀ ਨੇ ਸੱਚਮੁੱਚ ਇਸ ਪਲੈਨਟ ਦੇ ਉੱਪਰ ਰਹਿਣ ਵਾਲੇ ਮਨੁੱਖਾਂ ਨੂੰ, ਉਹਨਾਂ ਦੇ ਜਿਹੜੇ ਸੁਭਾਅ ਸੀ ਉਹਨਾਂ ਨੂੰ ਬਦਲਣ ਦਾ ਯਤਨ ਕੀਤਾ। ਚਾਹੇ ਉਹਨਾਂ ਨੂੰ ਕੋਈ ਵੀ ਉਦਾਹਰਨਾਂ ਕਹਿ ਲਓ ਵੀ ਸਾਹਮਣੇ ਰੱਖਣੀਆਂ ਪਈਆਂ, ਕਿਸੇ ਵੀ ਉਦਾਹਰਨ ਦੇ ਕੇ ਸਮਝਾਉਣਾ ਪਿਆ ਜੀ, ਪਰ ਸਾਡੇ ਜ਼ਿਹਨ ਦੇ ਵਿੱਚ ਇਹ ਸਵਰਗ, ਇਹ ਨਰਕ ਇਸ ਕਦਰ ਤੱਕ ਬਿਠਾਏ ਗਏ ਸੀਗੇ। ਉਹ ਜਦੋਂ ਵੀ ਕੋਈ ਬੰਦਾ ਮਰਦਾ ਤਾਂ ਅਸੀਂ ਤੋਲਦੇ ਹੀ ਆ ਵੀ ਹੁਣ ਇਹ ਸਵਰਗ ਜਾਏਗਾ ਜਾਂ ਨਰਕ ਜਾਏਗਾ ਜੀ। ਬਿਲਕੁਲ ਠੀਕ। ਆਰੀਅਨ ਲੋਕ ਭਾਈ ਸਾਹਿਬ ਸਾਡੇ ਇਸ ਦੇਸ਼ ਵਿੱਚ ਆਏ ਸੀ ਜੀ, ਤੇ ਇਹ ਈਰਾਨ ਵਾਲੇ ਪਾਸੇ ਤੋਂ ਆਏ ਸੀ।
ਈਰਾਨ ਦੇ ਵਿੱਚ ਅੱਜ ਵੀ ਇੱਕ ਇਰਾਨੀਅਨ ਪੈਰਾਡਾਈਜ਼ ਹੈਗਾ ਜਿੱਥੇ ਕਿ ਬਹੁਤ ਸੋਹਣਾ ਮੌਸਮ ਰਹਿੰਦਾ, ਜਿੱਦਾਂ ਕਹਿ ਲਓ ਵੀ ਸਵਿਟਜ਼ਰਲੈਂਡ ਦੇ ਵਿੱਚ ਸੁਣਿਆ ਜਾਂ ਆਪਾਂ ਕਸ਼ਮੀਰ ਦੀ ਗੱਲ ਕਹਿ ਦਿੰਦੇ ਆ, ਉੱਥੇ ਬਹੁਤ ਸੋਹਣਾ ਵੈਦਰ ਰਹਿੰਦਾ, ਬਹੁਤ ਸੋਹਣੀਆਂ ਵਾਦੀਆਂ ਨੇ, ਲੋਕ ਉੱਥੇ ਕਹਿ ਲਓ ਵੀ ਛੁੱਟੀਆਂ ਲਈ ਜਾਂ ਇੰਜੋਏ ਕਰਨ ਜਾਂਦੇ ਨੇ। ਤੇ ਜਦੋਂ ਬੰਦਾ ਇੰਜੋਏ ਕਰਨ ਜਾਂਦਾ ਉਦੋਂ ਉੱਥੇ ਕੰਮ ਨਹੀਂ ਕਰਦਾ, ਉਦੋਂ ਖਾਂਦਾ ਆ ਪੀਂਦਾ ਆ, ਉਹਦੀਆਂ ਮੂਵਮੈਂਟਸ ਸਾਰੀਆਂ ਹੀ ਮਨ ਨੂੰ ਸਰੀਰ ਨੂੰ ਰਿਲੈਕਸ ਰੱਖਣ ਸ਼ਾਂਤ ਕਰਨ ਲਈ ਉਹ ਫਿਰ ਉਹਨੂੰ ਇਸੇ ਲਈ ਉਹ ਇਰਾਨੀਅਨ ਪੈਰਾਡਾਈਜ਼ ਕਹਿੰਦੇ ਆ ਵੀ ਇਹ ਸਵਰਗ ਆ, ਕੰਮ ਵੀ ਨਹੀਂ ਕਰਨਾ ਪੈਂਦਾ, ਮੌਜਾਂ ਹੀ ਬਣੀ ਦੀਆਂ। ਜਿਹੜੇ ਆਰੀਅਨ ਲੋਕ ਉਧਰੋਂ ਆਏ ਸੀ ਜੀ ਧਰਤੀ ਦੇ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਜਾਂ ਇੱਥੋਂ ਦੇ ਲਿਖੇ ਗ੍ਰੰਥਾਂ 'ਚ ਉਹਨਾਂ ਨੇ ਆਪਣੇ ਉਸ ਸਵਰਗ ਨੂੰ ਇੱਥੋਂ ਦੇ ਲੋਕਾਂ ਨੂੰ ਲਾਲਚ ਦੇ ਰੂਪ 'ਚ ਦੇ ਦਿੱਤਾ ਵੀ ਉੱਥੇ ਸਾਡੇ ਸਵਰਗ ਹੈ, ਵੀ ਸਾਡੇ ਉੱਥੇ ਸਵਰਗ ਆ। ਤੇ ਇਦਾਂ ਦਾ ਹੀ ਸਵਰਗ ਉਸ ਬੰਦੇ ਨੂੰ ਮਿਲੂ ਜਿਹੜਾ ਚੰਗੇ ਕੰਮ ਕਰੂ। ਤੁਸੀਂ ਕਦੇ ਸਵਰਗ, ਮੈਂ ਤੇ ਸਿੱਧਾ ਹੀ ਕਹਿਣਾ ਹੁੰਦਾ ਵਾ ਵੀ ਸਵਰਗ ਕੋਈ ਬਹੁਤਾ ਥਾਂ ਚੰਗਾ ਨਹੀਂ ਆ ਜਿੱਥੇ ਬੰਦੇ ਦੀ ਕਿਰਤ ਵੀ ਖੋਹ ਲਈ ਜਾਂਦੀ ਹੈ, ਜਿੱਥੇ ਤੁਹਾਨੂੰ ਅਪਸਰਾਵਾਂ ਦੇ ਨਾਚ ਵੇਖਣ ਨੂੰ ਮਿਲਦੇ ਨੇ, ਜਿੱਥੇ ਅੰਗੂਰਾਂ ਦੀ ਸ਼ਰਾਬ ਮਿਲਦੀ ਹੈ, ਵੀ ਸਿਰਫ ਤੇ ਸਿਰਫ ਤੁਸੀਂ ਖਾਣਾ ਪੀਣਾ ਤੇ ਤੁਸੀਂ ਬਸ ਪੈ ਜਾਣਾ। ਖਾਣਾ ਪੀਣਾ ਉੱਥੇ ਇੱਕ ਤਰ੍ਹਾਂ ਦੀ ਬੰਦੇ ਨੂੰ ਆਲਸੀਪੁਣਾ ਦਿਖਾਇਆ ਜਾਂਦਾ ਜੀ, ਚਾਹੇ ਇਹਨੂੰ ਕਿਸੇ ਵੀ ਤਰ੍ਹਾਂ ਦਾ ਮਿਥ ਲਓ। ਤੇ ਦੂਸਰਾ ਇਸੇ ਤਰ੍ਹਾਂ ਉਹਨਾਂ ਲੋਕਾਂ ਨੇ ਉੱਥੇ ਇੱਕ ਆਇਵਰਤ ਬੋਲਿਆ ਜਾਂਦਾ ਉਹਨੂੰ ਇੱਕ ਨਰਕ ਦਾ ਨਾਮ ਦਿੱਤਾ। ਈਰਾਨ ਦੇ ਵਿੱਚ ਹੀ ਇਹ ਉੱਥੇ ਕੀ ਸੀ ਜੀ, ਇੱਕ ਉਹਨਾਂ ਨੇ ਬਹੁਤ ਵੱਡੀ ਕੰਧ ਕੱਢ ਕੇ ਕਾਫੀ ਵੱਡੇ ਏਰੀਏ ਨੂੰ ਏਦਾਂ ਵੜ ਲਿਆ, ਉਹਦੇ ਵਿੱਚ ਉਹਨਾਂ ਕੈਦੀਆਂ ਨੂੰ ਛੱਡਿਆ ਜਾਂਦਾ ਸੀ ਜਿਨ੍ਹਾਂ ਨੇ ਕਦੇ ਉਸ ਦੇਸ਼ ਨਾਲ ਗੱਦਾਰੀ ਕੀਤੀ ਸੀ। ਅੱਛਾ। ਉਹ ਕੈਦੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਜਿਸ ਤਰ੍ਹਾਂ ਮਤਲਬ ਵੀ ਬਹੁਤ ਤੰਗ ਕੀਤਾ ਜਾਂਦਾ। ਜਿਵੇਂ ਆਪਾਂ ਕਈ ਵਾਰੀ ਵਿਆਖਿਆਕਾਰਾਂ ਤੋਂ ਸੁਣਦੇ ਆ ਜਾਂ ਕੋਈ ਇਹ ਵੀ ਆਪਣੇ ਜ਼ਿਹਨ 'ਚ ਵੀ ਹੁੰਦਾ ਕਿ ਵੀ ਨਰਕ ਦੇ ਵਿੱਚ ਤੇਲ ਦੇ ਕੜਾਏ ਆ, ਉੱਥੇ ਉਹ ਸਾਰਾ ਕੁਝ ਹੁੰਦਾ ਉੱਥੇ ਹੈ, ਉਹ ਸਾਰਾ ਇਦਾਂ ਹੀ ਮਾਰਿਆ ਜਾਂਦਾ ਸੀ, ਕੁੱਟਿਆ ਜਾਂਦਾ ਸੀ। ਪਰ ਉਹਨਾਂ ਕੈਦੀਆਂ ਨੂੰ ਇਦਾਂ ਰੋਂਦਿਆਂ ਚੀਕਦਿਆਂ ਨੂੰ ਉਸ ਦੇਸ਼ ਦੇ ਲੋਕ ਵੇਖ ਕੇ ਹੱਸਦੇ ਸੀ ਵੀ ਇਹਨਾਂ ਨੂੰ ਸਜ਼ਾ ਮਿਲੀ ਹੈ। ਇਹੋ ਜਿਹੇ ਨਰਕ ਨੂੰ ਇੱਧਰ ਗ੍ਰੰਥਾਂ ਦੇ ਵਿੱਚ ਲਿਖ ਦਿੱਤਾ ਗਿਆ ਵੀ ਜਿਹੜਾ ਨਰਕ ਹੁੰਦਾ ਨਾ ਉੱਥੇ ਇਦਾਂ ਤੇਲ ਦੇ ਕੜਾਹਿਆਂ 'ਚ ਤਲਿਆ ਜਾਂਦਾ ਹੈ ਜਾਂ ਇਦਾਂ ਕੀਤਾ ਜਾਂਦਾ ਹੈ। ਪਰ ਮੈਂ ਤਾਂ ਸੋਚਦਾ ਸੀ ਵੀ ਉਸ ਸਵਰਗ ਦੀ ਇੱਕ ਲਿਮਿਟ ਹੈ ਵੀ 10 ਸਾਲ ਲਈ, 100 ਸਾਲ ਲਈ, 5 ਸਾਲ ਲਈ, ਇੰਨੇ ਸਾਲ ਲਈ ਬੰਦਾ ਉੱਥੇ ਰਹੇਗਾ। ਨਰਕ ਦੀ ਵੀ ਇੱਕ ਲਿਮਿਟ ਆ ਜੀ। ਪਰ ਜਿਹੜਾ ਇਸ ਸਵਰਗ ਦਾ ਲਾਲਚ ਜਾਂ ਨਰਕ ਦਾ ਡਰਾਵਾ ਅਸੀਂ ਜਾਂ ਸਾਡੇ ਧਾਰਮਿਕ ਬੰਦੇ ਅੱਜ ਦੇਈ ਫਿਰਦੇ ਨੇ, ਇਹਦੀ ਕੋਈ ਲਿਮਿਟ ਨਹੀਂ ਹੈ। ਇਹ ਮਰਨ ਤੋਂ ਬਾਅਦ ਬੰਦਾ ਕਿੰਨੇ ਸਮੇਂ ਲਈ ਰਹੇਗਾ, ਕੀ ਉੱਥੇ ਹਮੇਸ਼ਾ ਲਈ ਰਹੇਗਾ, ਕੀ ਨਰਕ 'ਚ ਹਮੇਸ਼ਾ ਲਈ ਰਹੇਗਾ। ਫਿਰ ਇੱਥੋਂ ਤੱਕ ਤੇ ਭਾਵੇਂ ਸਵਾਲ ਸਾਨੂੰ ਐ ਲੱਗੇਗਾ ਵੀ ਕੋਈ ਨਾਸਤਿਕ ਬੰਦਾ ਕਰ ਰਿਹਾ, ਇੱਥੋਂ ਤੱਕ ਕਿ ਅਸੀਂ ਤਾਂ ਇਹ ਵੀ ਕਹਿ ਦਿੰਦੇ ਹਾਂ, ਅਸੀਂ ਤਾਂ ਇਹ ਵੀ ਨਹੀਂ ਗਿਣਿਆ ਵੀ ਉੱਥੋਂ ਦੀ ਲਿਮਿਟ ਕਿੰਨੀ ਹੈ, ਉੱਥੇ ਬੰਦਿਆਂ ਨੂੰ ਕਿੱਦਾਂ ਰੱਖਿਆ ਜਾਂਦਾ। ਫਿਰ ਦੂਜਾ ਇੱਕ ਹੋਰ ਹੈ ਵੀ ਸਵਰਗ ਸਰੀਰ ਨੂੰ ਮਿਲੇਗਾ ਕਿ ਆਤਮਾ ਨੂੰ ਮਿਲੇਗਾ। ਆਤਮਾ ਤਾਂ ਸ਼ਰਾਬਾਂ ਨਹੀਂ ਪੀਂਦੀ, ਆਤਮਾ ਤਾਂ ਉੱਥੇ ਨਾਸ਼ ਨਹੀਂ ਦੇਖੇਗੀ, ਆਤਮਾ ਨੂੰ ਤੇ ਤੇਲ ਦੇ ਕੜਾਹੇ 'ਚ ਤਲ ਕੋਈ ਨਹੀਂ ਸਕਦਾ ਜੀ। ਖੈਰ ਇਹੋ ਜਿਹੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਵਾਪਰੀਆਂ ਮਨ ਦੇ ਤਲ ਤੇ ਨੇ ਜਾਂ ਗੁਰੂ ਸਾਹਿਬ ਜੀ ਨੇ ਮਨੁੱਖੀ ਸੁਭਾਅ ਨੂੰ। ਸੋ ਇਹ ਵੀ ਹੋ ਸਕਦਾ ਭਾਈ ਸਾਹਿਬ ਜੀ ਕਿ ਜਦੋਂ ਗੁਰੂ ਸਾਹਿਬਾਨ ਨੇ ਨਰਕ ਸਵਰਗ ਦਾ ਜਿਹੜਾ ਇਹ ਕੋਈ ਜ਼ਿਕਰ ਕੀਤਾ ਤਾਂ ਉਸ ਸਮੇਂ ਈਰਾਨ ਦਾ ਕਿਉਂਕਿ ਗੁਰੂ ਸਾਹਿਬਾਨ ਹੈ, ਹੁਣ ਮੌਕੇ ਤੇ ਪੈਗੰਬਰ ਹੈ, ਤਾਂ ਉਹ ਕੋਈ ਵੀ ਦ੍ਰਿਸ਼ਟਾਂਤ ਲੈ ਸਕਦੇ ਆ, ਉਹਨਾਂ ਦੀ ਦੂਰ ਦ੍ਰਿਸ਼ਟੀ ਹੁੰਦੀ ਆ। ਸੋ ਇਸ ਕਰਕੇ ਈਰਾਨ ਦੀ ਤੁਸੀਂ ਜਿਵੇਂ ਜ਼ਿਕਰ ਕੀਤਾ ਤਾਂ ਇਹਦਾ ਮਤਲਬ ਇਹ ਹੋਇਆ ਕਿ ਵੀ ਉੱਥੋਂ ਦਾ ਜਿਹੜਾ ਉਹ ਸਿੰਬਲ ਜਾਂ ਉਸ ਸ਼ਬਦ ਨੂੰ ਜਾਂ ਉਹ ਜੋ ਕੁਝ ਵਾਪਰ ਰਿਹਾ ਸੀ ਉਹਨੂੰ ਕਿਤੇ ਨਾ ਕਿਤੇ ਗੁਰਬਾਣੀ ਦੇ ਵਿੱਚ ਵੀ ਸ਼ਾਇਦ ਫਿੱਟ ਕਰ ਲਿਆ ਹੋ। ਮੈਂ ਤੇ ਸੌਖਾ ਵੀਰ ਜੀ ਕਹਿੰਦਾ ਹੁੰਦਾ ਵਾਂ ਵੀ ਸਾਨੂੰ ਨਾ ਕੁਝ ਸ਼ਬਦ ਦਿਖ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਵੀ ਇਹ ਏਦਾਂ ਸਵਰਗ ਹੈ, ਜਿਹ 'ਚ ਇਹ ਕਿਹਾ ਗਿਆ ਏਦਾਂ ਨਰਕ ਹੈ। ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਉਹ ਸ਼ਬਦ ਕਿਉਂ ਨਹੀਂ ਦਿਸਦੇ ਜਿਨ੍ਹਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਦ ਕੀਤਾ ਗਿਆ, ਬਿਲਕੁਲ ਖੰਡਨ ਕੀਤਾ। ਮੈਂ ਇੱਥੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 969 ਪੰਨੇ ਦੇ ਉੱਪਰ ਬਾਬਾ ਕਬੀਰ ਜੀ ਦਾ ਸ਼ਬਦ ਹੈ ਜੀ, ਜਿਹਦੇ 'ਚ ਉਹਨਾਂ ਨੇ ਕਿਹਾ ਹੋਇਆ ਕਿ ਕਵਨ ਨਰਕ, ਕਵਨ ਹੁੰਦਾ ਵੀ ਕਿਹੜਾ ਨਰਕ, ਕਵਨ ਨਰਕ ਕਿਆ ਸੁਰਗ ਵਿਚਾਰਾ। ਵਿਚਾਰਾ ਸ਼ਬਦ ਤੁਸੀਂ ਕਦੇ ਇਹਨੂੰ ਫੋਲ ਕੇ ਵੇਖਣਾ, ਵਿਚਾਰਾ ਉਹਨੂੰ ਕਹਿੰਦੇ ਆ ਬੇਚਾਰਾ, ਜਿਹਦੇ ਕੋਲ ਕੋਈ ਚਾਰਾ ਨਾ ਹੋਵੇ, ਉਹਨੂੰ ਕਹਿੰਦੇ ਵੀ ਬੇਚਾਰਾ ਹੈ, ਇਹਦੇ ਕੋਲ ਚਾਰਾ ਨਹੀਂ। ਬਿਲਕੁਲ ਗੁਰੂ ਸਾਹਿਬਾਨਾਂ ਦੇ ਤਰਫ ਭਗਤ ਜੀ ਨੇ ਸਵਰਗ ਨੂੰ ਬੇਚਾਰਾ ਕਿਹਾ ਵੀ ਜਿੱਥੇ ਚਾਰਾ ਹੀ ਕੋਈ ਨਹੀਂ। ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਅਸੀਂ ਇਹਨਾਂ ਦੋਵਾਂ ਨੂੰ ਰੱਦ ਕਰਦੇ ਹਾਂ। ਠੀਕ ਹੈ। ਹਮ ਕਾਹੂ ਕੀ ਕਾਣ ਨਾ ਕੱਢਤੇ,
ਕਾਨੂੰਨ ਦੀ ਲੋੜ, ਅਸੀਂ ਕਿਸੇ ਦੀ ਲੋੜ ਹੀ ਨਹੀਂ ਸਮਝਦੇ, ਆਪਣੇ ਗੁਰਪ੍ਰਸਾਦੇ। ਸਾਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਇਹਨਾਂ ਦੋਨਾਂ ਚੋਂ ਕਿਸੇ ਦੀ ਲੋੜ ਨਹੀਂ ਹੈ। ਇਦਾਂ ਹੀ ਇੱਕ ਹੋਰ ਕਬੀਰ ਜੀ ਦਾ ਬਚਨ ਹੈ, ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ। ਮੈਂ ਇਹਨਾਂ ਦੋਨਾਂ ਦਾ, ਆਪਾਂ ਕਹਿੰਦੇ ਨਹੀਂ ਬੱਸ ਤੇ ਚੜਨਾ ਸੀ, ਆਹ ਵਿਚਾਰਾ ਰਹਿ ਗਿਆ, ਮੈਨੇ ਨਹੀਂ ਜਾ ਸਕਿਆ। ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ, ਕਹਿੰਦੇ ਮੈਂ ਇਹਨਾਂ ਸੁਰਗਾ ਨਰਕਾਂ ਤੋਂ ਤਾਂ ਪਾਸੇ ਠੀਕ ਹੈ ਜੀ। ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ, ਸਤਿਗੁਰ ਕੇ ਪ੍ਰਸਾਦ। ਆਪਣੇ ਗੁਰੂ ਦੀ ਕਿਰਪਾ ਨਾਲ ਮੈਨੂੰ ਇਹਨਾਂ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ। ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਔਰ ਆਦ। ਵਾਹ ਵਾਹ। ਮੈਂ ਆਪਣੇ ਗੁਰੂ ਦੀ ਮੌਜ ਚ ਉਹਦੇ ਚਰਨਾਂ ਨਾਲ ਜੁੜਿਆ ਰਹਿਣਾ, ਮੈਨੂੰ ਇਹਨਾਂ ਦੀ ਲੋੜ ਨਹੀਂ ਜੀ। ਹੁਣ ਕਦੇ ਇਹਨਾਂ ਸ਼ਬਦਾਂ ਨੂੰ ਜੇ ਆਪਾਂ ਪ੍ਰਚਾਰੀਏ, ਜੇ ਗੁਰੂ ਸਾਹਿਬ ਜੀ ਨੇ ਉਹਨਾਂ ਚੀਜ਼ਾਂ ਦੀ ਪ੍ਰੋੜਤਾ ਕਰਨੀ ਹੁੰਦੀ ਤਾਂ ਉਹਨਾਂ ਨੂੰ ਆਹ ਸ਼ਬਦ ਲਿਖਣ ਦੀ ਲੋੜ ਨਾ ਪੈਂਦੀ। ਸੋ ਇੱਕ ਕਾਲ ਲੈ ਲਈਏ, ਫਿਰ ਆਪਾਂ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਔਰ ਤੁਸੀਂ ਆਪਣਾ ਸਵਾਲ ਰੱਖੋ। ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਜੀ, ਹੁਣ ਫਿਰ ਕਹਿ ਰਹੇ ਸਰ ਨਰਕ ਦੀ ਸਾਰੀ ਦਾ ਸੁਣਾਇਆ ਸੀ ਇਹਨਾਂ ਨੇ, ਦੋਆ ਵੀ ਰੱਦ ਕਰ ਰਿਹਾ ਜੀ। ਇੱਕ ਦਿਨ ਸਾਰੇ ਗੁਰੂ ਗੱਲ ਕਰ ਰਹੇ। ਹਾਂਜੀ, ਬਟ ਇਹ ਵੀ ਹੈ ਨਾ ਜੀ, ਆਪਣਾ 84 ਲੱਖ ਜੂਟਾਂ ਦੀ ਵੀ ਗੱਲ ਹੋਈ ਹੈ। ਠੀਕ ਹੈ। ਇਹ ਮੁਕਤੀ ਦੀ ਵੀ ਗੱਲ ਹੋਈ ਹੈ ਜੀ। ਮੁਕਤੀ ਵੀ ਜਿਹੜੀ ਇਨਸਾਨ ਦਾ ਜਮ ਹੈ, ਉੱਤਮ ਹੈ, ਸਰਵੋਤਮ ਹੈ ਜੀ। ਤੇ ਇਸੇ ਜਨਮ ਦੇ ਵਿੱਚ ਹੀ ਆਪਾਂ ਨੂੰ ਮੁਕਤੀ ਮਿਲ ਸਕਦੀ ਹੈ, ਜੋ ਗੁਰਬਾਣੀ ਕਹਿੰਦੀ ਹੈ ਜੀ। ਇਹ ਤੋਂ ਪਹਿਲਾਂ ਜੋ ਕੀੜੇ ਮਕੌੜੇ ਮੰਨਦੇ ਹੈਗੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਬੀਨ ਕਰਨਗਾ, ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੈਗੇ ਭਾਈ ਸਾਹਿਬ, ਇਹ ਵੀ ਇੱਕ ਉਦਾਹਰਨ ਹੈ, ਇਹਦਾ ਸੱਚਾਈ ਹੈ। 84 ਲੱਖ ਜੂਨਾਂ ਵਾਲੀ ਗੱਲ ਇਹ ਸੱਚ ਹੈ ਕਿ ਇਹ ਵੀ ਇੱਕ ਉਦਾਹਰਨ ਹੈ। ਬਹੁਤ ਵਧੀਆ ਸਵਾਲ ਕੀਤਾ ਤੁਸੀਂ, ਔਰ ਸਵਾਲ ਮੈਂ ਲਿਖ ਲਿਆ ਤੁਹਾਡਾ। ਔਰ ਹੁਣ ਭਾਈ ਸਾਹਿਬ ਜੀ ਦਾ ਜੋ ਜਵਾਬ ਹੈ, ਪਹਿਲਾਂ ਜਿਹੜੀ ਉਹਨਾਂ ਦੀ ਗੱਲ ਹੈ ਉਹ ਕੰਟੀਨਿਊ ਕਰਨਗੇ, ਫਿਰ ਤੁਹਾਡੇ ਸਵਾਲ ਦਾ ਜਵਾਬ ਦੇਣਗੇ। ਤੁਸੀਂ ਆਫ ਦੀ ਏਅਰ ਸੁਣੋ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਸੋ ਭਾਈ ਸਾਹਿਬ, ਇਹਨਾਂ ਦੇ ਸਵਾਲ ਆ ਗਿਆ ਕਿ 84 ਲੱਖ ਜਿਹੜੀਆਂ ਜੂਨਾਂ ਨੇ, ਕੀ ਸਿਰਫ ਤੇ ਸਿਰਫ ਇਹ ਵੀ ਇੱਕ ਉਦਾਹਰਨ ਵਜੋਂ ਜਾਂ ਸਿੰਬਲ ਦੇ ਤੌਰ ਤੇ ਲਈਆਂ ਗਿਆ ਕਿ ਹੁੰਦਾ ਐਗਜ਼ਿਸਟ ਕਰਦੀਆਂ? ਸੋ ਤੁਸੀਂ ਪਹਿਲਾਂ ਤਾਂ ਕੰਟੀਨਿਊ ਕਰੋ ਜਿਹੜਾ ਭਾਈ ਤੁਸੀਂ ਭਗਤ ਕਬੀਰ ਹੋਣਾ ਦਾ ਜਿਹੜਾ ਇੱਕ ਸ਼ਲੋਕ ਦੇ ਜ਼ਰੀਏ ਤੁਸੀਂ ਹਵਾਲੇ ਦੇ ਨਾਲ ਗੱਲ ਕਰ ਰਹੇ ਸੀ। ਮੈਂ ਉਹੀ ਗੱਲ ਕਰ ਰਿਹਾ ਸੀ ਵੀ ਆਪਾਂ ਤਕਰੀਬਨ ਉਹਨਾਂ ਸ਼ਬਦਾਂ ਦੀ ਕਦੇ ਵਿਆਖਿਆ ਕੀਤੀ ਨਹੀਂ। ਮੈਂ ਅਸਲ ਦੇ ਵਿੱਚ ਜਦੋਂ ਵੀ ਕਦੇ ਤੁਸੀਂ ਦੇਖਣਾ, ਅੱਜ ਜਦੋਂ ਵੀ ਨਾ ਕਿਤੇ ਖੁਸ਼ੀ ਦਾ ਸਮਾਗਮ ਹੁੰਦਾ ਹੈ ਤੇ ਜਿਹੜੇ ਵੀਰ ਕੀਰਤਨ ਕਰਦੇ ਨੇ, ਚਾਹੇ ਬਹੁਤੇ ਵੀਰ ਜਿਹੜੇ ਵਿਆਖਿਆ ਕਰਦੇ ਨੇ, ਉਹ ਹਮੇਸ਼ਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਾਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜਾਂ ਸੇਵਕ ਦੇ ਕਾਰਜ ਰਾਸ ਕਰਨ ਵਾਲੇ ਸ਼ਬਦ, ਜਾਂ ਸੇਵਾ ਕਰਨ ਵਾਲੇ, ਮਤਲਬ ਖੁਸ਼ੀ ਵਾਲੇ ਜਿਹੜੇ ਮਤਲਬ ਪਿਆਰੇ ਪਿਆਰੇ, ਚ ਕੋਈ ਸ਼ੱਕ ਨਹੀਂ, ਗੁਰਬਾਣੀ ਤੇ ਸਾਰੀ ਪਿਆਰੀ ਹੈ। ਪਰ ਏਦਾਂ ਲੱਗਦਾ ਹੁੰਦਾ ਵੀ ਜਿੱਦਾਂ ਨਾ ਉਹਨਾਂ ਵਿਸ਼ਿਆਂ ਨੂੰ ਛੂੰਹਦੇ ਹੀ ਨਹੀਂ ਜਿਹੜਾ ਵਿਸ਼ਿਆਂ ਤੇ ਗੱਲ ਕਰਨ ਦੀ ਲੋੜ ਹੁੰਦੀ। ਜੀ। ਏਦਾਂ ਹੀ ਹੁਣ ਜਿੱਦਾਂ ਆਪਾਂ ਕਬੀਰ ਜੀ ਦੀ ਗੱਲ ਕਰੀਏ, ਭਗਤ ਨਾਮਦੇਵ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਆਉਂਦਾ ਹੈ, ਉਹਦੇ ਵਿੱਚ ਉਹ ਕਹਿੰਦੇ ਵੀ ਮੈਂ ਤਾਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਆ ਵੀ ਮੈਨੂੰ ਮਰਨ ਤੋਂ ਬਾਅਦ ਕੁਝ ਮਿਲੇ। ਅੱਛਾ। ਮੈਂ ਚਾਹੁੰਦਾ ਹੀ ਨਹੀਂ ਮੈਨੂੰ ਮਰਨ ਤੋਂ ਬਾਅਦ ਕੁਝ ਮਿਲੇ। ਭਗਤ ਨਾਮਦੇਵ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਵੀ ਮਰਨ ਤੋਂ ਬਾਅਦ ਤੈਨੂੰ ਮੁਕਤੀ ਦਈਏ। ਮੁਕਤ ਦਾ ਅਰਥ ਹੁੰਦਾ ਛੁੱਟਣਾ। ਉਹਨਾਂ ਨੇ ਬੜਾ ਪਿਆਰਾ ਕਿਹਾ, ਕਹਿੰਦੇ ਮੋਏ ਹੋਏ ਦਾ ਮਤਲਬ ਜੇ ਮੈਨੂੰ ਮਰੇ ਹੋਏ ਨੂੰ, ਮੋਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਮੇਰੀ ਮੁਕਤੀ ਨੂੰ ਕਿਹਨੇ ਵੇਖਣ ਆਉਣਾ? ਮੇਰੀ ਮੁਕਤੀ ਨੂੰ ਤਾਂ ਮੇਰੇ ਗਵਾਂਢੀ ਨੂੰ ਨਹੀਂ ਪਤਾ ਲੱਗਣਾ। ਜਿਉਂਦੇ ਜੀ ਮੁਕਤੀ ਹੈ। ਹੁਣ ਜੀਦੇ ਜੀਏ ਪੰਡਤ ਮੈਨੂੰ ਮੰਦਿਰ 'ਚ ਨਹੀਂ ਵੜਨ ਦਿੰਦੇ, ਜੀਦੇ ਜੀਏ ਲੋਕ ਮੈਨੂੰ ਧਰਮ ਕਰਮ ਨਹੀਂ, ਕਿਉਂਕਿ ਸੀ ਨਾ ਵੀ ਸ਼ੂਦਰ ਮੂੰਹ ਨਾਲ ਪੜ੍ਹ ਹੀ ਨਹੀਂ ਸਕਦਾ, ਰੱਬ ਦਾ ਨਾਮ ਸੁਣ ਹੀ ਨਹੀਂ ਸਕਦਾ। ਕਹਿੰਦੇ ਅਸਲ ਦੇ ਵਿੱਚ ਮੋਏ ਹੋਏ ਜੋ ਮੁਕਤ ਦੇਹੋਗੇ, ਤੇਰੀ ਮੁਕਤ ਨਾ ਜਾਣੇ ਕੋਇਲਾ। ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛੋੜੀ ਹੋਈ ਲਾ। ਇਹ ਪੰਡਤ ਸ਼ਰੇਆਮ ਜੀਂਦਿਆਂ ਮੈਨੂੰ ਮੰਦਾ ਬੋਲੀ ਜਾਂਦਾ ਹੈ। ਇਹਦੇ 'ਚ ਤੇਰੀ ਕਿਹੜੀ ਇੱਜ਼ਤ ਰਹਿੰਦੀ ਹੈ ਪ੍ਰਮਾਤਮਾ? ਮੈਂ ਨਹੀਂ ਮਰੇ ਤੋਂ ਬਾਅਦ ਮੁਕਤੀ ਚਾਹੁੰਦਾ। ਹੁਣ ਇਸੇ ਤਰ੍ਹਾਂ ਜਦੋਂ ਗੁਰਬਾਣੀ ਦੇ ਹੋਰ ਸ਼ਬਦ ਆਪਾਂ ਵਾਚਾਂਗੇ ਨਾ ਜੀ, ਬੜੇ ਇਕੱਲੇ ਭਾਈ ਸਾਹਿਬ ਇਹਨਾਂ ਨੇ ਤਾਂ ਕਿਹਾ ਨਾ ਵੀ 84 ਲੱਖ ਚੂਨ ਜਾਂ ਹੋਰ। ਮੈਂ ਵੈਸੇ ਥੋੜਾ ਸੰਖੇਪ ਦੇ ਵਿੱਚ ਬੇਨਤੀ ਕਰਦੇ ਹਾਂ, ਬਾਣੀ 'ਚ ਬੇਅੰਤ ਸ਼ਬਦ ਏਦਾਂ ਦੇ ਮਿਲਣਗੇ ਜਿਨ੍ਹਾਂ ਵਿੱਚ ਕਿਹਾ ਵੀ ਪ੍ਰਮਾਤਮਾ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪੈ ਸਕਦਾ। ਠੀਕ ਹੈ। ਤੂੰ ਕੀ ਕੁਝ ਕੀਤਾ ਇਹਦਾ ਅੰਤ ਨਹੀਂ ਪੈ ਸਕਦਾ। ਅੱਜ ਭਾਵੇਂ ਅਸੀਂ 4 ਖਾਣੀਆਂ ਮੰਨ ਲਈਆਂ ਨੇ, ਖਾਣੀਆਂ ਕੀ ਵੀ ਜਿਨ੍ਹਾਂ ਰਾਹੀਂ ਜੀਵ ਪੈਦਾ ਹੁੰਦੇ ਨੇ, ਜਿਹਨੂੰ ਆਪਾਂ ਆਂਡਿਆਂ ਰਾਹੀਂ, ਜੇਰ ਰਾਹੀਂ, ਸੇਤਜ ਹੁੰਦਾ ਪਸੀਨੇ, ਬੈਕਟੀਰੀਆ, ਪੁੱਜ ਜਿਹੜੇ ਧਰਤੀ ਚੋਂ ਪੈਦਾ ਹੁੰਦੇ ਨੇ। ਗੁਰੂ ਸਾਹਿਬ ਜੀ ਨੇ ਪੁੱਜ ਧਰਤੀ ਚੋਂ ਪੈਦਾ ਹੋਣ ਵਾਲੇ ਬੂਟਿਆਂ ਨੂੰ ਵੀ ਖਾਣੀ 'ਚ ਗਿਣਿਆ, ਜਾਨੀ ਜੂਨਾਂ 'ਚ ਗਿਣਿਆ। ਇਹਦਾ ਮਤਲਬ, ਪਰ ਹੁਣ ਇਹ
ਚਾਰ ਮੰਨੀਆਂ ਗਈਆਂ, ਪਰ ਬਾਣੀ ਕਹਿੰਦੀ ਕੇਤੀਆਂ ਖਾਣੀ ਕੇਤੀਆਂ ਬਾਣੀ, ਕਿੰਨੀਆਂ ਖਾਣੀਆਂ ਨੇ ਕਿੰਨੀਆਂ ਬੋਲੀਆਂ ਨੇ। ਹੁਣ ਜਦੋਂ ਆਪਾਂ ਇਹ ਮਿਥ ਲਿਆ ਨਾ ਵੀ 84 ਲੱਖ ਹੀ ਜੂਨਾਂ ਨੇ, ਇਹਦਾ ਮਤਲਬ ਰੱਬ ਦੁਆਰਾ ਬਣਾਈਆਂ ਜੂਨਾਂ ਦਾ ਅਸੀਂ ਅੰਤ ਪਾ ਲਿਆ। ਰੱਬ ਦੁਆਰਾ ਬਣਾਈਆਂ ਜੂਨਾਂ ਦਾ ਅੰਤ ਨਹੀਂ ਪੈ ਸਕਦਾ ਕਦੇ। ਸਾਇੰਟੀਫਿਕ ਰੀਜ਼ਨ ਨਾਲ ਦੇਖਣਾ ਜੀ, 84 ਲੱਖ ਤੇ ਛੱਡੋ, ਕਰੋੜਾਂ ਕਿਸਮ ਦੇ ਤੇ ਧਰਤੀ ਦੇ ਉੱਤੇ ਸਿਰਫ ਫੁੱਲ ਹੀ ਨੇ। ਬਿਲਕੁਲ ਠੀਕ। ਗੁਲਾਬ, ਕੱਲੇ ਗੁਲਾਬ ਨੂੰ ਹੀ ਜਦੋਂ ਤੁਸੀਂ ਰੋਜ਼ ਦੀ ਕਿਸਮ ਵੇਖੋਗੇ ਨਾ, ਕਈ ਹਜ਼ਾਰਾਂ ਦੇ ਵਿੱਚ ਤੁਹਾਨੂੰ ਰੋਜ਼ ਮਿਲ ਜਾਏਗਾ ਜੀ। ਕਈ ਕਿਸਮ ਦੇ ਜਿਹੜੀ ਉਹ ਤੁਹਾਨੂੰ ਕਣਕ ਮਿਲ ਜਾਏਗੀ, ਕਈ ਕਿਸਮ ਦੇ ਤੁਹਾਨੂੰ ਹੋਰ ਅਨਾਜ ਮਿਲ ਜਾਣਗੇ। ਇਸੇ ਤਰ੍ਹਾਂ ਹੀ ਮਨੁੱਖਾਂ ਦੀਆਂ ਵੀ ਮਤਲਬ ਪੁੱਛ ਹੀ ਨਹੀਂ ਸਕਦੇ ਆਪਾਂ ਕਿੰਨੀ ਕਿਸਮ ਦੇ ਨੇ। ਇਸੇ ਤਰ੍ਹਾਂ ਪਸ਼ੂ ਕਿੰਨੀ ਕਿਸਮ ਦੇ ਨੇ, ਸੱਪ ਕਿੰਨੀ ਕਿਸਮ ਦੇ ਨੇ। ਮਾਫੀ ਦੇਣਾ ਜੇ ਅਸੀਂ ਏਦਾਂ ਸਾਇੰਸ ਹੀ ਲੱਭਣ ਲੱਗ ਜੇ ਨਾ, 84 ਲੱਖ ਤੋਂ ਵੱਧ ਲੱਭ ਲਏਗੀ। ਗੁਰਬਾਣੀ ਦੇ ਵਿੱਚ ਸੰਸਾਰ 'ਚ ਇੱਕ ਪ੍ਰਚਲਿਤ ਸੀ ਵੀ 84 ਲੱਖ ਜੂਨਾਂ ਹੁੰਦੀਆਂ। ਗੁਰੂ ਸਾਹਿਬ ਜੀ ਕਹਿੰਦੇ ਫਿਰ ਜੇ ਮੰਨ ਹੀ ਲਓ, ਜੇ ਹੁੰਦੀਆਂ ਨੇ ਨਾ, ਮੰਨ ਲਓ ਜੇ ਹੁੰਦੀਆਂ ਹੋਣਗੀਆਂ, ਫਿਰ ਤੁਸੀਂ ਏਦਾਂ ਦੇ ਚੰਗੇ ਕੰਮ ਕਰੋ ਵੀ ਤੁਹਾਨੂੰ ਉਹਨਾਂ 'ਚ ਪੈਣਾ ਹੀ ਨਾ ਪਵੇ। ਇਹਦਾ ਮਤਲਬ ਜਦੋਂ ਸੋਹਣਾ ਹੈ ਤੇ ਤੁਸੀਂ ਸੋਹਣੇ ਕੰਮ। ਜੇ ਆਪਾਂ ਹੁਣ ਸਿੱਖੀਜ਼ਮ ਦੀ ਗੱਲ ਕਰਦੇ ਹਾਂ, ਆਪਣਾ ਸਾਰਾ ਜੋ ਵੀ ਅੱਜ ਦਾ ਜੋ ਆਧਾਰ ਹੈ ਉਹ ਗੁਰਬਾਣੀ ਦੇ ਆਧਾਰ ਤੇ ਅਸੀਂ ਗੱਲ ਕਰਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਜਦੋਂ ਅਸੀਂ ਕਹਿ ਰਹੇ ਹਾਂ ਕਿ ਸਿੱਖੀਜ਼ਮ ਕਹਿ ਲਓ ਕਿ ਸਭ ਤੋਂ ਨੌਜਵਾਨ ਜਾਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਪ੍ਰਚਲਿਤ ਹੋਇਆ ਧਰਮ ਹੈ ਸਿੱਖੀਜ਼ਮ। ਹੁਣ ਇਦੋਂ ਪਹਿਲਾਂ ਜਿਹੜੇ ਬਹੁਤ ਧਰਮ ਹੋਏ ਆ ਜਾਂ ਪੁਰਾਤਨ ਧਰਮ ਹੋਏ ਆ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਬੇਸ ਬਣਾ ਕੇ ਲੋਕ ਵਿਚਰਦੇ ਹੁੰਦੇ ਸੀ। ਤਾਂ ਉਹਨਾਂ ਧਰਮਾਂ ਦੇ ਆਧਾਰ ਤੇ, ਉਹਨਾਂ ਗ੍ਰੰਥਾਂ ਦੇ ਆਧਾਰ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ, ਜੋ ਲੋਕ ਸੀ, ਲੋਕਾਂ ਨੇ ਜੋ ਹੈ 84 ਲੱਖ ਜੂਨ, ਧਰਮਰਾਜ, ਸਵਰਗ ਨਰਕ, ਸ਼ਾਇਦ ਉੱਥੋਂ ਚੱਕ ਕੇ ਫਿਰ ਗੁਰੂ ਸਾਹਿਬਾਨ ਨੇ ਵੀ ਉਹਨਾਂ ਨੂੰ ਇਸ ਵਰਤ ਲਿਆ ਕਿ ਲੋਕ ਇਸ ਭਾਸ਼ਾ ਨਾਲ ਸਮਝਦੇ ਆ। ਇਹ ਕਾਲ ਲੈ ਲਈਏ, ਫਿਰ ਆਪਾਂ ਮਾਫ ਕਰਨਾ ਤੁਹਾਡੀ ਕਾਲ ਡ੍ਰੌਪ ਹੋ ਚੁੱਕੀ ਹੈ, ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਹੋ। ਔਰ ਕਿਸੇ ਕਿਸਮ ਦਾ ਸਵਾਲ ਹੋਵੇ ਜੋ ਅੱਜ ਅਸੀਂ ਵਿਸ਼ਾ ਤੁਹਾਡੇ ਨਜ਼ਰ ਕਰ ਰਹੇ ਹਾਂ ਤਾਂ ਤੁਸੀਂ ਜ਼ਰੂਰ ਦੁਬਾਰਾ ਕਾਲ ਜ਼ਰੂਰ ਕਰ ਸਕਦੇ ਹੋ। ਸੋ ਉਹਨਾਂ ਲੋਕਾਂ ਦੀ ਹੀ ਭਾਸ਼ਾ ਦੇ ਮੁਤਾਬਕ ਉਹ ਜਿਹੜਾ ਹੈ ਗੁਰੂ ਸਾਹਿਬਾਨ ਨੇ ਜੋ ਹਵਾਲੇ ਲਏ ਆ। ਸੋ ਕਾਲ ਦੁਬਾਰਾ ਆ ਗਈ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਤੁਹਾਡਾ ਪ੍ਰੋਗਰਾਮ ਅਕਸਰ ਹੀ ਦੇਖਦੀ ਹਾਂ ਔਰ ਇਹ ਬਹੁਤ ਹੀ ਵਧੀਆ ਟੌਪਿਕਸ ਲੈ ਕੇ ਆਉਂਦੇ ਹੋ ਤੁਸੀਂ ਰੋਜ਼। ਸ਼ੁਕਰੀਆ। ਔਰ ਭਾਈ ਸਾਹਿਬ ਬਹੁਤ ਵਧੀਆ ਸਮਝਾਉਂਦੇ ਨੇ ਜੀ। ਔਰ ਮੇਰਾ ਸਵਾਲ ਹੈ ਕਿ ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਬਬੀਹਾ ਸ਼ਬਦ, ਉਸਦਾ ਮਤਲਬ ਕੀ ਹੈ? ਜੀ ਬਬੀਹਾ। ਹਾਂਜੀ ਠੀਕ ਹੈ ਜੀ, ਤੁਹਾਡਾ ਸਵਾਲ ਪਹੁੰਚ ਚੁੱਕਿਆ ਔਰ ਭਾਈ ਸਾਹਿਬ ਜੀ ਤੱਕ ਉਹਨਾਂ ਨੂੰ ਵੀ ਸੁਣ ਗਈ ਤੁਹਾਡੀ ਆਵਾਜ਼, ਤੇ ਤੁਸੀਂ ਆਫ ਦੀ ਏਅਰ ਸੁਣ ਲਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਹੁਣ ਬਬੀਹਾ ਜਿਹੜਾ ਹੈ ਇੱਕ, ਹੁਣ ਸਾਡੇ ਜਿਹੜਾ ਗਾਇਕ ਹੈ ਸਿੱਧੂ ਮੂਸੇਵਾਲੇ ਦੇ ਬਬੀਹੇ ਨੇ ਮਤਲਬ ਜਿਹੜਾ ਇੱਕ ਆਮ ਬਬੀਹਾ ਸੀ ਉਹ ਵੀ ਪ੍ਰਚਲਿਤ ਕਰਤਾ। ਪਰ ਕੁਝ ਸਿਆਣੇ ਲੋਕਾਂ ਨੇ, ਕੁਝ ਸੁਹਿਰਦ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਬਬੀਹੇ ਨੂੰ ਪਰਿਭਾਸ਼ਿਤ ਕੀਤਾ ਗੁਰਬਾਣੀ ਮੁਤਾਬਕ। ਸੋ ਇਹੀ ਸਵਾਲ ਇਹਨਾਂ ਦਾ ਭੈਣ ਜੀ ਦਾ ਕਿ ਤੁਸੀਂ ਵੀ ਦੱਸੋ ਕਿ ਅਸਲ ਦੇ ਵਿੱਚ ਜਿਹੜਾ ਬਬੀਹਾ ਆ ਰਿਹਾ ਗੁਰਬਾਣੀ ਦੇ ਵਿੱਚ, ਬਬੀਹੇ ਦੀ ਗੱਲ ਕੀਤੀ ਗਈ ਹੈ, ਬਬੀਹਾ ਤੂੰ ਕਹੇ, ਸੋ ਉਹ ਅਸਲ ਦੇ ਵਿੱਚ ਕਿਹੜੇ ਬਬੀਹੇ ਦੀ ਗੱਲ ਕਰਦੇ ਆ? ਇਹ ਵੀ ਇੱਕ ਕਿਸਮ ਦਾ ਜਿਹੜਾ ਕਹਿ ਲਓ ਕਿ ਉਹ ਜੂਨ ਦੇ ਵਿੱਚ 84 ਲੱਖ ਜੂਨ ਦੀ ਗੱਲ ਹੈ। ਬਿਲਕੁਲ ਜੀ, ਅਸਲ 'ਚ ਨਾ ਇਹ ਭੈਣ ਦਾ ਸਵਾਲ ਬਹੁਤ ਸੋਹਣਾ ਆ, ਕਿਉਂਕਿ ਗੁਰਬਾਣੀ ਦੇ ਵਿੱਚ ਨਾ ਅਸੀਂ ਸੁਣਨ ਤੱਕ ਤੇ ਜਾਂ ਪੜ੍ਹਨ ਤੱਕ ਹੀ ਸੀਮਿਤ ਰਹਿ ਗਏ। ਜੇ ਅਸੀਂ ਉਹਦੇ ਇੱਕ ਇੱਕ ਸ਼ਬਦ ਨੂੰ ਏਦਾਂ ਵਾਚਦੇ ਵੀ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਕੀ ਹੈ, ਕਿਉਂ, ਤੇ ਫਿਰ ਸਾਨੂੰ ਸ਼ਾਇਦ ਭੁਲੇਖੇ ਨਹੀਂ ਸੀ ਪੈਣੇ। ਹੁਣ ਬਾਣੀ ਦੇ ਵਿੱਚ ਸ਼ਬਦ ਹੈ ਬਬੀਹਾ, ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਇੱਕ ਕਾਲ ਹੋਰ ਆ ਰਹੀ ਹੈ ਭਾਈ ਸਾਹਿਬ, ਉਹਨਾਂ ਦਾ ਸਵਾਲ ਲਿਖ ਲਈਏ ਫਿਰ ਆਪਾਂ ਇਹਦੇ ਤੇ ਐਕਸਪਲੇਨ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬਖਤਾਵਰ ਸਿੰਘ ਬੋਲਦਾ ਜੀ। ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਸੋਹਣੀ ਗੱਲ ਕਰਦੇ ਸਰਦਾਰ ਬਲਜੀਤ ਸਿੰਘ ਵੀ ਜਾਂਦੇ ਆ ਜੀ, ਤੇ ਮੈਂ ਬਹੁਤ ਪ੍ਰਭਾਵਿਤ ਹੋਇਆ ਜਿੱਦਾਂ ਉਹਨਾਂ ਨੇ ਪੰਜਾ ਖੰਡਾਂ ਦਾ ਬਿਆਨ ਕੀਤਾ। ਬਾਕੀ ਗੁਰਬਾਣੀ ਦੱਸ ਕੇ ਭਗਤ ਕਬੀਰ ਜੀ ਦੀ ਬਾਣੀ ਦੱਸੀ ਆ ਜੀ। ਇਹ ਸਭ ਇਹਨਾਂ ਨੂੰ ਸਾਨੂੰ ਕੋਈ ਦੱਸਦਾ ਨਹੀਂ ਇਹ ਗੱਲਾਂ। ਮਾਫ ਕਰਨਾ, ਗੁਰਦੁਆਰੇ ਕੋਈ ਦੱਸਦਾ ਨਹੀਂ, ਕਿਸੇ ਪਾਸੇ ਆਹ ਗੱਲਾਂ ਦੱਸਦੇ ਨਹੀਂ ਕੋਈ ਵੀ। ਇਸੇ ਕਰਕੇ ਹੀ ਅਸੀਂ ਸਾਡੀ ਵਿਜ਼ਨ ਪੰਜਾਬ TV ਦਾ ਜੋ ਸਾਡਾ ਇੱਕ ਉਪਰਾਲਾ ਹੈ ਕਿ ਆਥੈਂਟਿਕ ਗੱਲਾਂ ਜੋ ਕਿ ਗੁਰਬਾਣੀ ਦੇ ਵਿੱਚ ਮੌਜੂਦ ਹੈ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ। ਔਰ ਮੈਂ ਤੁਹਾਨੂੰ ਦੱਸ ਦੇਵਾਂ, ਭਾਈ ਬਲਜੀਤ ਸਿੰਘ ਵੀ ਇੱਕ ਗੁਰਦੁਆਰੇ ਦੇ ਖੁਦ ਪ੍ਰਧਾਨ ਹੈ ਔਰ ਉਹ ਚਾਹੁੰਦੇ ਆ ਕਿ ਜੋ ਗੁਰਬਾਣੀ ਦੇ ਵਿੱਚ ਲੌਜਿਕ ਦੇ ਆਧਾਰ 'ਤੇ ਗੱਲਾਂ ਕੀਤੀਆਂ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਤੁਹਾਡੇ ਕੰਨਾਂ ਤੱਕ ਔਰ ਤੁਹਾਡੇ ਕਰਮ ਤੱਕ ਪਹੁੰਚਾਇਆ ਜਾ ਸਕੇ। ਇਹੀ ਸਾਡੀ ਅਸਲ ਦੇ ਵਿੱਚ ਇੱਕ ਪਲਾਂਘ ਹੈ, ਉਪਰਾਲਾ ਹੈ ਇਸ ਵਿਜ਼ਨ ਪੰਜਾਬ TV ਦਾ। ਔਰ ਸ਼ੁਕਰੀਆ ਤੁਸੀਂ
ਬਹੁਤ ਖੁੱਲੇ ਦਿਲ ਨਾਲ ਤਾਰੀਫ ਕੀਤੀ। ਮੇਰੀ ਮਾਤਾ ਰਮਨ ਜੀ, ਮੈਂ ਤੁਹਾਡਾ ਮੈਂ ਧੰਨਵਾਦ ਕਰਾਂ, ਮੈਨੂੰ ਮੇਰੇ ਕੋਲ ਸ਼ਬਦ ਨਹੀਂ ਹੈਗੇ ਜੀ। ਤੇ ਤੁਸੀਂ ਤੁਹਾਡੇ ਪ੍ਰੋਗਰਾਮ ਬਹੁਤ ਚੰਗੇ ਹੁੰਦੇ। ਰਮਨ ਜੀ ਦਾ ਬਹੁਤ ਇਨਸਾਨ ਵਧੀਆ, ਮੈਨੂੰ ਸਮਝ ਨਹੀਂ ਆਉਂਦੀ ਤੇ ਕਿੱਥੇ ਤੁਸੀਂ ਇਹ ਬਹੁਤ ਸੋਹਣੀਆਂ ਗੱਲਾਂ ਕਰਦੇ, ਬੜੇ ਵਧੀਆ ਸਾਨੂੰ ਲਿਆਉਂਦੇ, ਇੱਦਾਂ ਸਾਡੇ ਜਾਗਰਤ ਸਾਨੂੰ ਕਰਦੇ ਆ। ਇੱਕ ਮੈਂ ਬੇਨਤੀ ਜਾਣਾ, ਮੇਰੇ ਨੰਬਰ ਤੇ ਲਿਖ ਲਓ ਜੀ, ਤੇ ਜਾਂ ਤਾਂ ਬਲਜੀਤ ਨੂੰ ਮੈਨੂੰ ਫੋਨ ਦੇ ਦਿਓ ਜਾਂ ਮੈਂ ਉਹਦਾ ਮੈਨੂੰ ਫੋਨ ਦਿਓ, ਮੈਂ ਗੱਲਬਾਤ ਕਰ ਲੈਣਾ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ। ਭਾਈ ਬਲਜੀਤ ਸਿੰਘ ਆਪਣਾ ਨੰਬਰ ਜ਼ਰੂਰ ਅਨਾਉਂਸ ਕਰ ਦੇਣਗੇ, ਤੁਸੀਂ ਪ੍ਰੋਗਰਾਮ ਸੁਣਦੇ ਰਹਿਣਾ। ਬਹੁਤ ਸ਼ੁਕਰੀਆ ਔਰ ਤੁਸੀਂ ਸਾਨੂੰ ਫੀਡਬੈਕ ਦੇਣ ਦੇ ਲਈ। ਆਲ ਦਾ ਬੈਸਟ। ਸ਼ੁਕਰੀਆ ਜੀ ਭਾਈ ਸਾਹਿਬ। ਇਹਨਾਂ ਨੇ ਸਿਰਫ ਇਹੀ ਹੈ ਕਿ ਉਹਨਾਂ ਨੂੰ ਜੋ ਅਸਲ ਦੇ ਵਿੱਚ ਭਾਈ ਸਾਹਿਬ, ਆਪਾਂ ਪਿਛਲੇ ਦਿਨਾਂ ਦੇ ਵਿੱਚ ਚਰਚਾ ਕਰ ਰਹੇ ਸੀ ਕਿ ਵੀ ਜਦੋਂ ਓਰੀਜਨਲ ਗੱਲ ਸੱਚ ਦੱਸਿਆ ਜਾਵੇ, ਸੱਚ ਬੇਸ਼ੱਕ ਇਹ ਹੋ ਸਕਦਾ ਕਿ ਘੱਟ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚੇ, ਪਰ ਜਿਨ੍ਹਾਂ ਤੱਕ ਪਹੁੰਚ ਗਿਆ ਉਹਨਾਂ ਨੂੰ ਕਹਿ ਲਓ ਵੀ ਜਿਉਂਦੇ ਜੀ ਮੁਕਤੀ ਵਾਲਾ ਜਿਹੜਾ ਉਹ ਬਣ ਗਿਆ। ਸੋ ਭਾਈ ਸਾਹਿਬ ਅੱਗੇ ਆਪਾਂ ਲੜੀ ਤੋਰੀਏ। ਹਾਂਜੀ, ਮੈਂ ਉਹੀ ਸਮਝਾ ਰਿਹਾ ਸੀ, ਜਿੱਦਾਂ ਇਹਨਾਂ ਨੇ ਕਿਹਾ ਵੀ ਗੁਰਦੁਆਰਿਆਂ ਦੇ ਵਿੱਚ ਐਸਾ ਨਹੀਂ ਹੁੰਦਾ। ਮੈਨੂੰ ਖੁਦ ਜਦੋਂ ਵੀ ਕੋਈ ਗੁਰਦੁਆਰੇ ਦੀ ਗੱਲ ਆਉਂਦਾ ਨਾ, ਤਾਂ ਮੈਨੂੰ ਕਈ ਵਾਰ ਚੰਗਾ ਲੱਗਦਾ ਵੀ ਪਰਮਾਤਮਾ ਤੁਹਾਡੇ ਤੋਂ ਚੰਗੀ ਸੇਵਾ ਲੈ ਰਿਹਾ ਆ। ਖੁਦ ਅਸੀਂ ਵੀ ਯਤਨ ਕਰੀਦਾ। ਵੈਸੇ ਇੱਕ ਬਹੁਤ ਪਿਆਰੇ ਰਾਈਟਰ ਨੇ, ਉਹਨਾਂ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਵੀ ਕਿਸੇ ਕੌਮ ਨੂੰ ਨਾ ਚੰਗੇ ਪਾਸੇ ਲਿਜਾਣ ਲਈ ਨਾ 3 ਗੱਲਾਂ ਹੁੰਦੀਆਂ ਜੀ। ਉਹ ਕਹਿੰਦੇ ਜਿਹੜੀ ਕੌਮ ਨੇ ਤਰੱਕੀ ਕਰਨੀ ਉਹਦੇ ਕੋਲ ਅਹਿਲੇ ਕਲਾਮ ਹੋਣਾ ਚਾਹੀਦਾ। ਅਹਿਲੇ ਕਲਾਮ ਮਤਲਬ ਹੁੰਦਾ ਸਿਰੇ ਦਾ, ਕਲਾਮ ਹੁੰਦਾ ਵੀ ਉਹਦਾ ਗ੍ਰੰਥ। ਕਹਿੰਦੇ ਉਹਦਾ ਅਹਿਲੇ ਕਲਾਮ ਸਿਰੇ ਦਾ ਹੋਣਾ ਚਾਹੀਦਾ। ਦੂਸਰਾ ਅਹਿਲੇ ਮੁਕਾਮ ਹੁੰਦਾ ਟਿਕਾਣਾ, ਜਿੱਥੇ ਬੈਠ ਕੇ ਉਹ ਗੱਲਬਾਤ ਕਰਦੇ ਹਨ ਉਹ ਟਿਕਾਣਾ ਅਹਿਲੇ ਹੋਣਾ, ਕਮਾਲ ਹੋਣਾ ਚਾਹੀਦਾ। ਅਹਿਲੇ ਨਿਜ਼ਾਮ ਹੁੰਦਾ ਪ੍ਰਬੰਧ, ਕਹਿੰਦੇ ਉਹਨਾਂ ਦਾ ਪ੍ਰਬੰਧ ਵੀ ਸਿਰੇ ਦਾ ਹੋਣਾ ਚਾਹੀਦਾ। ਹੁਣ ਕਦੇ ਤੁਸੀਂ ਵਾਚ ਕੇ ਵੇਖਿਓ ਅਹਿਲੇ ਕਲਾਮ ਮੈਨੇ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਾਕਈ ਆਪਾਂ ਕੋਈ ਸ਼ਬਦ ਹੀ ਨਹੀਂ, ਕੋਈ ਸ਼ਬਦ ਨਹੀਂ ਉਹਨਾਂ 'ਚ ਕੀ ਕੁਝ ਸੋਹਣਾ ਰੱਖਿਆ ਜੀ। ਅਹਿਲੇ ਮੁਕਾਮ ਸਤ ਸੰਗਤ, ਜਿੱਥੇ ਬੈਠ ਕੇ ਅਸੀਂ ਗੱਲ ਕਰਦੇ ਵਿਚਾਰ ਕਰਦੇ ਹਾਂ, ਉਹਦੇ ਨਾਲ ਦਾ ਵੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਵਾਲੀ ਗੱਲ ਹੈ। ਪਰ ਜਿੱਥੇ ਗੱਲ ਆ ਜਾਂਦੀ ਨਾ ਅਹਿਲੇ ਨਿਜ਼ਾਮ ਪ੍ਰਬੰਧ ਜੀ, ਉਹ ਪ੍ਰਬੰਧ ਕਿਤੇ ਨਾ ਕਿਤੇ ਡਾਮਾਡੋਲ ਹੋਇਆ। ਬਿਲਕੁਲ ਸਟੇਜ ਇੱਕ ਏਦਾਂ ਦੀ ਚੀਜ਼ ਹੁੰਦੀ ਆ ਜੀ, ਜਿੱਥੇ ਬੈਠ ਕੇ ਪਹਿਲੀ ਗੱਲ ਕੋਈ ਸੱਚੀ ਗੱਲ ਛੇਤੀ ਸੁਣਾਉਂਦਾ ਹੀ ਨਹੀਂ ਜੀ। ਕਈ ਵਾਰ ਐਸਾ ਹੁੰਦਾ ਵਾ ਇੱਥੇ ਬੈਠ ਕੇ ਕੋਈ ਚੰਗੀ ਗੱਲ ਨਹੀਂ ਸੁਣਾਉਂਦਾ, ਤੇ ਕਈ ਵਾਰ ਉੱਥੇ ਬੈਠ ਕੇ ਕੋਈ ਚੰਗੀ ਗੱਲ ਸੁਣਨਾ ਨਹੀਂ ਚਾਹੁੰਦੇ। ਔਰ ਉਹ ਵੀ ਇਹੀ ਜਿਹੜੀਆਂ ਕਿ ਕਈ ਵਾਰੀ ਇਹ ਵੀ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਔਰ ਸੰਗਤ ਦੇ ਵਿੱਚ ਜਾਂ ਅਸੀਂ ਲੋਕ ਹੀ ਹੁੰਨੇ ਆ, ਅਸੀਂ ਲੋਕ ਥੋੜ੍ਹੀਆਂ ਜੀਆਂ ਮਤਲਬ ਚੰਗੀਆਂ ਗੱਲਾਂ ਜਾਂ ਇਹ ਕਹ ਲਓ ਰਿਧੀਆਂ ਸਿੱਧੀਆਂ ਵਾਲੀਆਂ ਗੱਲਾਂ ਸੁਣਨੀਆਂ ਚਾਹੁੰਦੇ ਆ। ਵੀ ਰਿਧੀ ਸਿੱਧੀ ਤੋਂ ਭਾਵ ਇਹ ਹੈ ਕਿ ਵੀ ਗੁਰੂ ਸਾਹਿਬ ਨੇ ਇੱਦਾਂ ਅਸ਼ੀਰੀ ਹੱਥ ਕੀਤਾ ਤੇ ਸਾਡੇ ਹੱਥ ਦੇ ਵਿੱਚ ਭੋਜਨ ਆ ਗਿਆ, ਸਾਡੇ ਹੱਥ ਦੇ ਵਿੱਚ ਜੇ ਬੱਚੇ ਦੀ ਲੋੜ ਸੀ ਤਾਂ ਬੱਚਾ ਆ ਗਿਆ। ਮਤਲਬ ਅਸ਼ੀਰੀ ਹੱਥ ਦੇ ਜਦੋਂ ਉਹ ਰੇਖਾਵਾਂ, ਜਿਵੇਂ ਹੁਣ ਆਪਾਂ ਕਿਸੇ ਦਿਨ ਇਹ ਵੀ ਚਰਚਾ ਕਰਾਂਗੇ ਵੀ ਸਾਡੀਆਂ ਫੋਟੋਆਂ ਜੋ ਕਿ ਸੋਭਾ ਸਿੰਘ ਦੁਆਰਾ ਰਚਿਤ ਫੋਟੋਆਂ ਨੇ, ਉਹ ਵੀ ਅੱਜ ਕੱਲ੍ਹ ਇਹ ਹੈ ਕਿ ਵੀ ਸਾਡੇ ਹਾਲੇ ਤੱਕ ਗੁਰਦੁਆਰਿਆਂ ਦੇ ਵਿੱਚੋਂ ਨਹੀਂ ਲਈਆਂ, ਜਦ ਕਿ ਗੁਰੂ ਸਾਹਿਬਾਨ ਨੇ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਕੇ ਗੱਲਾਂ ਕੀਤੀਆਂ ਸੀ, ਜਿਹੜੀਆਂ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਇਹ ਜਿਹੜੇ ਆਪਾਂ ਪਖੰਡ ਹੋ ਗਏ, ਟੂਣੇ ਟੱਪੇ ਹੋ ਗਏ, ਕਰਮਕਾਂਡ ਹੋ ਗਏ, ਇਹਨਾਂ ਦੇ ਉੱਪਰ ਦੀ ਗੱਲ ਕੀਤੀ ਸੀ, ਉੱਪਰ ਉੱਠਣ ਦੀ ਗੱਲ ਕੀਤੀ ਸੀ, ਲੇਕਿਨ ਅਸੀਂ ਫਿਰ ਵੱਜ ਕੇ ਉਹਦੇ ਵਿੱਚ ਹੀ ਸਿਮਟ ਕੇ ਰਹਿ ਗਏ ਹਾਂ। ਜੀ ਭਾਈ ਸਾਹਿਬ, ਉਹੀ ਗੱਲ ਨਾ ਵੀ ਜਿੱਦਾਂ ਅਸਲ ਦੇ ਵਿੱਚ ਵੀ ਸੱਚੀ ਗੱਲ ਨਹੀਂ। ਹੁਣ ਬਬੀਹੇ ਦੀ ਗੱਲ ਆਪਾਂ ਕਰਦੇ ਸੀਗੇ, ਮੰਨਿਆ ਗਿਆ ਵੀ ਬਬੀਹਾ ਇਦਾਂ ਦਾ ਪੰਛੀ ਹੈ ਵੀ ਉਹਦੇ ਇਦਾਂ ਨਾ ਗਰਦਨ ਦੇ ਵਿੱਚ ਇੱਥੇ ਇੱਕ ਸੁਰਾਖ ਹੁੰਦਾ ਹੈ ਜੀ। ਉਹ ਕੀ ਕਰਦਾ ਵੀ ਆਪਣੀ ਚੁੰਝ ਭਰ ਕੇ ਥੱਲੋਂ ਪਾਣੀ ਨਹੀਂ ਪੀ ਸਕਦਾ, ਪਾਣੀ ਪੀਂਦਾ ਤੇ ਉਹ ਸੁਰਾਖ ਰਾਹੀਂ ਸਾਰਾ ਬਾਹਰ ਨਿਕਲ ਜਾਂਦਾ। ਫਿਰ ਉਹ ਕੀ ਕਰਦਾ ਹੈ, ਗੁਰਬਾਣੀ ਦੇ ਅਕੋਰਡਿੰਗ ਜੋ ਦੱਸਿਆ ਗਿਆ ਜਾਂ ਉਹ ਕਹਿੰਦੇ ਵੀ ਉਹ ਫਿਰ ਉਡੀਕ ਕਰਦਾ ਵੀ ਕਦੋਂ ਮੀਂਹ ਪਵੇ ਜੀ, ਬਰਸਾਤ ਪਵੇ। ਫਿਰ ਉਹ ਹਮੇਸ਼ਾ ਕੂਕਦਾ ਹੈ, ਕਿਉਂਕਿ ਜਗਿਆਸਾ ਹੁੰਦੀ ਉਹਦੇ ਅੰਦਰ ਵੀ ਮੈਨੂੰ ਪਾਣੀ ਮਿਲੇਗਾ। ਉਹ ਮੀਂਹ ਵਾਸਤੇ ਚੀਕਦਾ ਹੈ, ਆਪਣਾ ਕਹਿ ਲਓ ਵੀ ਬੋਲਦਾ ਹੈ ਜੀ। ਫਿਰ ਜਦੋਂ ਸਿੱਧੀਆਂ ਉੱਪਰੋਂ ਬੂੰਦਾਂ ਡਿੱਗਦੀਆਂ ਨੇ, ਉਹ ਮੂੰਹ ਥੱਲੇ ਕਰ ਲੈਂਦਾ, ਚੁੰਝ ਬੰਦ ਕਰ ਲੈਂਦਾ, ਤੇ ਉੱਤੋਂ ਸਿੱਧੀਆਂ ਸਵਾਂਤੀ ਬੂੰਦਾਂ ਆਣ ਕੇ ਉਹ ਸੁਰਾਖ ਤੇ ਡਿੱਗਦੀਆਂ, ਤੇ ਉਦੋਂ ਉਹਦਾ ਪੇਟ ਭਰਦਾ ਹੈ। ਤਾਂ ਕਿਹਾ ਗਿਆ ਵੀ ਬਬੀਹੇ ਦੀ ਅੰਦਰਲੀ ਜਗਿਆਸਾ ਹੀ ਇੰਨੀ ਹੂਕ ਹੀ ਐਸੀ ਹੈ ਵੀ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ। ਬਬੀਹਾ ਇੱਕ ਜਗਿਆਸਾ ਦਾ ਪ੍ਰਤੀਕ ਸੀ ਜੀ। ਹੁਣ ਇਹ ਬਬੀਹਾ ਵਰਤਿਆ ਇਸ ਵਾਸਤੇ ਗਿਆ, ਪਰ ਮੈਨੂੰ ਲੱਗਦਾ ਨਹੀਂ ਹੈ ਪੰਜਾਬ ਦੇ 1% ਲੋਕਾਂ ਨੂੰ ਵੀ ਇਸ ਤੋਂ ਪਹਿਲਾਂ ਸ਼ਾਇਦ ਪਤਾ ਸੀ ਜੇ ਉਹ ਨਾ ਗਾਇਆ ਜਾਂਦਾ। ਮੈਨੂੰ ਕੱਲ ਇੱਕ ਵੀਰ ਨੇ ਇਹ ਵੀ ਸਵਾਲ ਕਰਿਆ, ਕਹਿੰਦਾ ਜੀ ਬਬੀਹਾ ਤੁਸੀਂ ਕਹਿ ਰਹੇ ਹੋ ਵੀ ਬੜਾ ਪਿਆਰਾ ਜਿਹਾ ਇਹ ਪੰਛੀ ਹੈ, ਬੜਾ ਸੋਹਣਾ ਹੈ, ਜਗਿਆਸਾ ਵਾਲਾ।
ਮੈਨੂੰ ਲੱਗਦਾ ਕਹਿੰਦਾ ਬਬੀਹਾ ਬੰਦੇ ਮਾਰੀ ਜਾਂਦਾ, ਬਬੀਹਾ ਹਥਿਆਰ ਚੁੱਕੀ ਜਾਂਦਾ, ਬਬੀਹਾ ਕਹਿੰਦਾ। ਮੈਂ ਕਿਹਾ ਤੈਨੂੰ ਕਿਵੇਂ ਲੱਗਦਾ? ਕਹਿੰਦਾ ਫਲਾਣੇ ਨੇ ਗਾਇਆ। ਮੈਂ ਕਿਹਾ ਜੀ ਇਹੀ ਸਾਡੀ ਇੱਕ ਬਦਕਿਸਮਤੀ ਹੈ ਵੀ ਜਦੋਂ ਕੋਈ ਅਸ਼ਲੀਲ ਗਾਉਣ ਵਾਲਾ ਕੁਝ ਵੀ ਕਰਦਾ ਹੈ ਅਸੀਂ ਬੜੇ ਧਿਆਨ ਨਾਲ ਸੁਣਦੇ ਹਾਂ, ਅਸੀਂ ਦੇਖਦੇ ਨਹੀਂ ਇਹਦਾ ਮਤਲਬ ਕੀ ਨਿਕਲਦਾ। ਇੱਕ ਪੰਛੀ ਕਿੱਦਾਂ ਬੰਦੇ ਮਾਰ ਸਕਦਾ, ਪੰਛੀ ਕਿੱਦਾਂ ਲੋਕਾਂ ਨੂੰ ਗੁੰਮਰਾਹ ਕਰ ਸਕਦਾ, ਵੀ ਇਹ ਤਾਂ ਇੱਕ ਬੜਾ ਪਿਆਰਾ ਜਿਹਾ ਗੁਰਬਾਣੀ। ਔਰ ਉਹ ਪੰਛੀ ਜਿਹੜਾ ਕਿ ਆਪ ਖੁਦ ਪਾਣੀ ਲਈ ਤਰਸ ਰਿਹਾ, ਜਿਹੜਾ ਆਪ ਤਰਸ ਰਿਹਾ, ਉਹ ਕਿੱਥੋਂ ਉਹ ਵਿਚਾਰਾ ਕਿੱਥੋਂ ਹਥਿਆਰ ਚੱਕ ਲੂਗਾ। ਸੋ ਭਾਈ ਸਾਹਿਬ ਜੀ ਇੱਕ ਗੱਲ ਹੋਰ ਜਿਹੜੀ ਇੱਥੇ ਵਿਚਾਰਨਯੋਗ ਹੈ ਕਿ ਵੀ ਜਦੋਂ ਅਸੀਂ ਅੱਜ ਤੋਂ ਪਹਿਲਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਬਬੀਹਾ ਤੂੰ ਤੂੰ ਕਹੇ ਬਬੀਹੇ ਦੀ ਤੁਸੀਂ ਵੀ ਉਦਾਹਰਨ ਦਿੱਤੀ, ਹੋਰ ਬਹੁਤ ਸਾਰੀਆਂ ਅਨੇਕਾਂ ਹੀ ਉਦਾਹਰਨਾਂ ਜਿਹੜੀਆਂ ਸਾਡੇ ਧਰਮ ਗ੍ਰੰਥਾਂ ਦੇ ਵਿੱਚੋਂ ਬਬੀਹੇ ਦੀਆਂ ਮਿਲ ਜਾਂਦੀਆਂ। ਸੋ ਬਬੀਹੇ ਨੂੰ ਅੱਜ ਤੋਂ ਪਹਿਲਾਂ ਕਦੇ ਵਿਚਾਰਿਆ ਨਹੀਂ ਗਿਆ, ਕਦੇ ਬਬੀਹੇ ਨੂੰ ਇੰਨੀ ਜਿਹੜੀ ਹੈ ਫੈਨ ਫੋਇਲਿੰਗ ਜਿਹੜੀ ਨਹੀਂ ਮਿਲੀ ਔਰ ਇੰਨੀ ਵਿਊਸ਼ਿਪ ਨਹੀਂ ਮਿਲੀ, ਇਹਨਾਂ ਲੋਕਾਂ ਨੇ ਸੁਣਿਆ ਨਹੀਂ ਬਬੀਹੇ ਨੂੰ। ਪਰ ਇੱਕ ਗੱਲ ਤਾਂ ਹੈ ਕਿ ਜਦੋਂ ਵੀ ਚਲੋ ਨੈਗੇਟਿਵ ਹੀ ਗਾਇਆ, ਬਬੀਹੇ ਨੂੰ ਨੈਗੇਟਿਵ ਤਰੀਕੇ ਨਾਲ ਹੀ ਪੇਸ਼ ਕੀਤਾ ਗਿਆ, ਪਰ ਉਹ ਬਬੀਹੇ ਨੂੰ ਨੈਗੇਟਿਵ ਸੁਣਨ ਵਾਲਿਆਂ ਨੇ ਨੈਗੇਟਿਵ ਅਪਰੋਚ ਬਣਾ ਲਈ। ਪਰ ਕੁਝ ਜਿਹੜੇ ਸੁਹਿਰਦ ਲੋਕ ਸੀ ਉਹਨਾਂ ਨੇ ਜਗਿਆਸਾ ਪੈਦਾ ਕੀਤੀ ਵੀ ਪਤਾ ਤਾਂ ਕਰੀਏ ਵੀ ਅਸਲ 'ਚ ਬਬੀਹਾ ਹੁੰਦਾ ਕੀ ਹੈ। ਉਹਨਾਂ ਵਿੱਚੋਂ ਇੱਕ ਭੈਣ ਜੀ ਨੇ ਇਹ ਵੀ ਸਵਾਲ ਵੀ ਕਰ ਲਿਆ ਵੀ ਇਹ ਬਬੀਹਾ ਹੈ ਕੀ। ਹੁਣ ਜਦੋਂ ਤੁਸੀਂ ਦੱਸ ਰਹੇ ਹੋ ਕਿ ਬਬੀਹੇ ਦੀ ਇਹ ਬਣਾਵਟ ਹੈ, ਗੁਰੂ ਨੇ ਜਾਂ ਕਹਿ ਲਓ ਵੀ ਪ੍ਰਮਾਤਮਾ ਨੇ, ਕੁਦਰਤ ਨੇ ਬਣਾਈ ਹੈ ਕਿ ਉਹਦੇ ਪਿੱਛੇ ਸੁਰਾਖ ਹੁੰਦਾ, ਪਰ ਅੱਜ ਤੋਂ ਪਹਿਲਾਂ ਮਾਫ ਕਰਨਾ ਮੈਨੂੰ ਵੀ ਨਹੀਂ ਸੀ ਪਤਾ, ਔਰ ਇਹ ਚੀਜ਼ਾਂ ਅਸੀਂ ਸੁਣਨਾ ਚਾਹੁੰਦੇ ਵੀ ਨਹੀਂ, ਸਾਨੂੰ ਜਗਿਆਸਾ ਹੀ ਨਹੀਂ ਹੁੰਦੀ। ਜੀ ਭਾਈ ਸਾਹਿਬ, ਉਹ ਇਸੇ ਲਈ ਵੀ ਉਹ ਸਵਾਤੀ ਬੂੰਦ ਲਈ ਤਰਸਦਾ ਹੈ ਵੀ ਪਏਗੀ ਤੇ ਮੇਰੀ ਸ਼ਾਇਦ ਪਿਆਸ। ਉਹ ਸਵਾਤੀ ਬੂੰਦ ਪਹਿਲੀ ਬੂੰਦ ਜਿਹਨੂੰ ਕਹਿੰਦੇ ਆ। ਬਿਲਕੁਲ ਬਿਲਕੁਲ ਜੀ। ਹੁਣ ਇਸੇ ਤਰ੍ਹਾਂ ਜੀ ਇਹ ਸ਼ਬਦ ਨੇ ਗੁਰਬਾਣੀ ਦੇ ਵਿੱਚ। ਹੁਣ ਗੁਰਬਾਣੀ ਵਿੱਚ ਇੱਕ ਸ਼ਬਦ ਪਾਰਜਾਤ ਆਇਆ। ਪਾਰਜਾਤ ਕੀ ਹੈ? ਵੀ ਉਹ ਰੁੱਖ ਜਿਹਦੇ ਥੱਲੇ ਖੜਨ ਨਾਲ ਸਾਰੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਇੱਕ ਕਾਮਧੇਨ ਸ਼ਬਦ ਆਇਆ ਵੀ ਕਾਮਧੇਨ ਇੱਕ ਗਾਂ ਹੁੰਦੀ ਹੈ ਵੀ ਜਿਹੜੀ ਬੰਦੇ ਦੀਆਂ ਹਰ ਇੱਕ ਕਾਮਨਾਵਾਂ ਪੂਰੀਆਂ ਕਰਦੀ ਹੈ। ਪਰ ਗੁਰਬਾਣੀ ਨੇ ਕੀ ਕੀਤਾ ਵੀ ਕਾਮਧੇਨ ਸ਼ਬਦ ਵੀ ਲੈ ਲਿਆ, ਪਾਰਜਾਤ ਸ਼ਬਦ ਵੀ ਲੈ ਲਿਆ, ਪਰ ਇਹਨਾਂ ਸਾਰਿਆਂ ਦੇ ਉੱਤੇ ਮੋਹਰ ਕੇ ਲਾ ਦਿੱਤੀ ਵੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮਧੇਨਾ। ਵੀ ਜੇ ਤੁਸੀਂ ਮੰਨਦੇ ਹੋ ਨਾ ਕੋਈ ਕਾਮਧੇਨ ਗਊ ਹੋਏਗੀ, ਪਾਰਜਾਤ ਹੋਏਗੀ, ਮੇਰਾ ਪ੍ਰਮਾਤਮਾ ਉਹਦੇ ਤੋਂ ਵੀ ਵੱਡਾ ਹੈ। ਵਾਹ ਵਾਹ ਵਾਹ। ਮੈਨੂੰ ਉਹਨਾਂ ਚੀਜ਼ਾਂ ਦੇ ਵਿੱਚ ਪੈਣ ਦੀ ਲੋੜ ਹੀ ਨਹੀਂ ਹੈ। ਮੇਰਾ ਪ੍ਰਮਾਤਮਾ ਉਹ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ। ਜੀ ਇੱਕ ਕਾਲ ਹੋਰ ਆ ਗਈ ਹੈ ਤੇ ਆਪਾਂ ਇਸ ਤੋਂ ਬਾਅਦ ਫਿਰ ਚਰਚਾ ਕਰਦੇ ਹਾਂ। ਜੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਇੱਕ ਸੁਜੈਸ਼ਨ ਸੀਗਾ, ਭਾਈ ਸਾਹਿਬ ਨੇ ਬਬੀਹੇ ਨੂੰ ਇੰਨਾ ਸੋਹਣਾ ਐਕਸਪਲੇਨ ਕੀਤਾ ਜੀ, ਤੇ ਉਹ ਜਿਹੜਾ ਇੱਕ ਸੌਂਗ ਨੇ ਉਹਨੂੰ ਇੰਨੇ ਬੁਰੀ ਤਰ੍ਹਾਂ ਉਹਦਾ ਡਿਜ਼ਾਸਟਰ ਕੀਤਾ ਮੀਨਿੰਗ ਦਾ। ਮੈਂ ਤਾਂ ਇਹ ਸੁਜੈਸਟ ਕਰਨਾ ਚਾਹੂੰਗੀ ਜਿੱਦਾਂ ਮੂਵੀਜ਼ ਦਾ ਸੈਂਸਰ ਹੁੰਦਾ ਨਾ, ਸੈਂਸਰ ਬੋਰਡ ਕੋਈ ਵੀ ਰਿਲੀਜ਼ ਕਰਨ ਤੋਂ ਪਹਿਲਾਂ ਉਹ ਸੈਂਸਰ ਦੇ ਥਰੂ ਹੋ ਕੇ ਜਾਂਦੀ ਹੈ, ਇਹ ਸੌਂਗ ਦਾ ਵੀ ਸੈਂਸਰ ਹੋਣਾ ਚਾਹੀਦਾ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਦੇਖੋ ਭਾਈ ਸਾਹਿਬ, ਸੈਂਸਰ ਦੀ ਗੱਲ ਕੀਤੀ ਉਹਨਾਂ ਨੇ, ਮਾਫ ਕਰਨਾ ਜਿਹੜਾ ਸੈਂਸਰ ਬੋਰਡ ਵੀ ਆ ਉਹਨਾਂ ਨੂੰ ਸਭ ਕੁਝ ਇਹ ਪਤਾ ਹੁੰਦਾ ਹੈ ਔਰ ਸੈਂਸਰ ਬੋਰਡ ਦੇ ਥਰੂ ਫਿਲਟਰ ਹੋ ਕੇ ਇਹ ਸਾਰੇ ਗਾਣੇ, ਫਿਲਮਾਂ ਸਭ ਕੁਝ ਆਉਂਦਾ ਹੈ। ਪਰ ਜਦੋਂ ਸਾਡੇ ਜਿਹੜੇ ਜਦੋਂ ਕਹਿੰਦੇ ਆ ਨਾ ਵੀ ਅਸੀਂ ਲੋਕ, ਅਸੀਂ ਸੁਹਿਰਦ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਅਸੀਂ ਇੰਟੈਲੈਕਚੁਅਲ ਲੋਕ ਆ, ਜਿੰਨਾ ਮਰਜ਼ੀ ਰੌਲਾ ਪਾ ਲਈਏ, ਚੱਲਣਾ ਉਹੀ ਹੈ ਜੋ ਪੋਲਿਟਿਕਸ, ਜੋ ਸਾਡੇ ਰਾਜਨੀਤੀਵਾਨ ਕਹਿਣਗੇ ਉਹੀ ਚੱਲਣਾ। ਕਈ ਵਾਰੀ ਚੰਗੀਆਂ ਚੀਜ਼ਾਂ ਨੂੰ ਕਿਸੇ ਤਰੀਕੇ ਨਾਲ ਰੁਕਵਾ ਦਿੱਤਾ ਜਾਂਦਾ, ਮੁਜ਼ਾਹਰੇ ਕਰਕੇ, ਜਾਂ ਮਤਲਬ ਤਾਂ ਕਿ ਸੱਚ ਹੈ ਜਿਹੜਾ ਸੱਚ ਲੋਕਾਂ ਤੱਕ ਨਾ ਪਹੁੰਚ ਸਕੇ, ਤਾਂ ਕਿ ਜਦੋਂ ਕਹਿੰਦੇ ਨੇ ਵੀ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ, ਵੀ ਇਹ ਨਾ ਹੋਵੇ ਕਿਤੇ ਇਹ ਸੱਚ ਹੈ ਜਿਹੜੀ ਸੱਚਾਈ ਹੈ ਇਹਨਾਂ ਤੱਕ ਪਹੁੰਚ ਜੇ ਤੇ ਕੋਠੇ ਤੇ ਨੱਚਣ ਲੱਗ ਪੈਣ। ਇਹਨਾਂ ਲੋਕਾਂ ਦਾ ਤਾਂ ਸੜਕਾਂ ਦੇ ਉੱਪਰ ਆਉਣਾ ਹੀ ਜਿਹੜਾ ਹੈ ਉਹ ਇਹਨਾਂ ਲਈ ਬੜਾ ਹੈ ਮੰਦਭਾਗਾ ਹੋ ਜਾਂਦਾ। ਮਤਲਬ ਆਪਾਂ ਥੋੜੀ ਸੌਖੀ ਜੀ ਇੱਕ ਨਾ ਉਦਾਹਰਨ ਦਿੱਤੀ ਹੈ ਵੈਸੇ ਭਾਈ ਗੁਰਦਾਸ ਜੀ ਨੇ। ਉਹ ਕਹਿੰਦੇ ਵੀ ਕੋਈ ਮਤਲਬ ਕੋਲੂ ਦੇ ਦੁਆਲੇ ਮਤਲਬ ਬੈਲ ਨੂੰ ਤੇਲੀ ਘੁਮਾ ਰਿਹਾ ਸੀ। ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ ਨੂੰ ਐਕਸਪਲੇਨ ਕਰਨਾ ਬੜਾ ਔਖਾ ਹੈ। ਮੈਂ ਫਿਰ ਉੱਥੇ ਹੀ ਆਵਾਂ ਵੀ ਜੇ ਮੰਨ ਲਓ ਅੱਜ ਗੁਰਬਾਣੀ ਅੱਜ ਦੇ ਸਮੇਂ 2020 ਦੇ ਵਿੱਚ ਰਚੀ ਗਈ ਹੁੰਦੀ ਨਾ, ਸ਼ਾਇਦ ਹੁਣ ਗੁਰੂ ਸਾਹਿਬ ਜੀ ਕੰਪਿਊਟਰ ਦੀਆਂ ਉਦਾਹਰਨਾਂ ਦਿੰਦੇ, ਸ਼ਾਇਦ ਗੁਰੂ ਸਾਹਿਬ ਜੀ ਕੈਮਰੇ ਦੀਆਂ ਉਦਾਹਰਨਾਂ ਦਿੰਦੇ। ਕਿਸੇ ਵੇਲੇ ਜਦੋਂ ਆਵਾਜਾਈ ਦੇ ਸਾਧਨ ਵਜੋਂ ਘੋੜਾ, ਹਾਥੀ ਵਰਤੇ ਜਾਂਦੇ ਸੀ, ਉਹਨਾਂ ਦੀਆਂ ਉਦਾਹਰਨਾਂ ਸੀ, ਤੇ ਅੱਜ ਸ਼ਾਇਦ ਫਰਾਰੀ ਦੀ ਐਗਜ਼ਾਮਪਲ ਹੁੰਦੀ, ਬਿਲਕੁਲ ਜਹਾਜ਼ ਦੀ, ਰਾਕਟ ਦੀ ਐਗਜ਼ਾਮਪਲ ਹੁੰਦੀ, ਕਿਉਂਕਿ ਉਸ ਵੇਲੇ ਵਰਤੀਆਂ ਗਈਆਂ। ਉਦੋਂ ਹੁਣ ਉਹਨਾਂ ਉਦਾਹਰਨਾਂ ਨੂੰ ਜੇ ਅੱਜ ਅਸੀਂ ਐਕਸਪਲੇਨ ਕਰਨਾ ਹੋਵੇ, ਬੇਸ਼ੱਕ ਗੋਰਿਆਂ ਵਿੱਚ, ਸਾਡੇ ਯੂਥ ਵਿੱਚ, ਤੇ ਆਪਾਂ ਸ਼ਾਇਦ ਉਸ ਢੰਗ ਨਾਲ ਸਮਝਾ ਹੀ ਨਹੀਂ ਪਾਵਾਂਗੇ। ਉਹ ਕੀ ਹੁੰਦਾ ਜੀ, ਕੋਲੂ ਦੇ ਦੁਆਲੇ, ਕੋਲੂ ਕੀ ਜਿੱਥੋਂ ਆਪਾਂ ਤੇਲ ਕੱਢਦੇ ਹੈਗੇ, ਉਹਦੇ ਦੁਆਲੇ ਏਦਾਂ ਬਲਦ ਨੂੰ ਘੁਮਾਇਆ ਜਾਂਦਾ ਸੀ। ਪਰ ਜਿਹੜਾ ਉਹ ਘੁਮਾਉਂਦਾ ਹੁੰਦਾ ਸੀ ਉਹ ਕੀ ਕਰਦਾ ਸੀਗਾ ਵੀ ਉਹਨੂੰ ਆਪ ਛੱਡ ਕੇ ਆਪ ਕੰਮ ਕਰਨ ਲੱਗ ਜਾਂਦਾ ਸੀ।
ਕਿਸੇ ਨੇ ਆਣ ਕੇ ਪੁੱਛਿਆ ਵੀ ਇਹ ਤੇਰੇ ਜਿਹੜੇ ਬਲਦ ਨੇ ਘੁੰਮ ਰਹੇ ਨੇ ਵੀ ਤੂੰ ਹੋਰ ਕੰਮ ਕਰੀ ਜਾਂਦਾ, ਜੇ ਰੁਕ ਜਾਣ। ਉਹ ਕਹਿੰਦਾ ਨਹੀਂ, ਮੈਂ ਇਹਨਾਂ ਦੀਆਂ ਅੱਖਾਂ ਦੇ ਉੱਤੇ ਏਦਾਂ ਖੋਪੇ ਲਾਏ ਹੋਏ ਨੇ, ਇਹਨਾਂ ਨੂੰ ਇੱਕ ਵਾਰ ਮੈਂ ਹਿੱਕ ਦਿੰਨਾ, ਫਿਰ ਇਹ ਭੁਲੇਖੇ ਚ ਰਹਿੰਦੇ ਨੇ ਵੀ ਸ਼ਾਇਦ ਸਾਡੇ ਮਗਰ ਹੀ ਆਉਂਦਾ, ਪਿੱਛੇ ਆਈ ਜਾਂਦਾ। ਤੇ ਕਹਿੰਦਾ ਵੀ ਤੂੰ ਕਦੇ ਹੋਰ ਕੰਮ ਕਰਨ ਲੱਗਾ ਹੁੰਦਾ, ਤੈਨੂੰ ਕਿਵੇਂ ਪਤਾ ਲੱਗਦਾ ਵੀ ਇਹ ਘੁੰਮ ਰਹੇ ਨੇ? ਕਹਿੰਦਾ ਮੈਂ ਇਹਨਾਂ ਦੇ ਗਲ ਵਿੱਚ ਇੱਕ ਟੱਲੀ ਪਾਈ ਆ, ਜਿਹੜੀ ਜਦੋਂ ਇਹ ਘੁੰਮਦੇ ਰਹਿੰਦੇ ਨੇ ਉਹ ਖੜਕਦੀ ਰਹਿੰਦੀ ਆ, ਮੈਨੂੰ ਪਤਾ ਲੱਗਦਾ ਵੀ ਕੰਮ ਕਰਦੇ ਨੇ। ਤੇ ਪੁੱਛਣ ਵਾਲਾ ਕਹਿੰਦਾ ਵੀ ਜੇ ਇੱਕ ਜਗ੍ਹਾ ਤੇ ਖੜੋ ਕੇ ਹੀ ਸਿਰ ਹਿਲਾਈ ਜਾਣ, ਟੱਲੀ ਖੜਕਦੀ ਰਹੇਗੀ, ਤੈਨੂੰ ਤਾਂ ਤੂੰ ਭੁਲੇਖੇ ਚ ਰਹੇਗਾ ਵੀ ਇਹ ਘੁੰਮ ਰਹੇ ਨੇ, ਇਹ ਤਾਂ ਰੁਕ ਜਾਣਗੇ। ਉਸ ਬੰਦੇ ਨੇ ਉਸੇ ਵੇਲੇ ਕਿਹਾ, ਕਹਿੰਦੇ ਚੁੱਪ ਹੋ ਜਾ। ਇਹ ਗੱਲ ਦੇਖੀ ਕਿਤੇ ਮੇਰੇ ਬਲਦਾਂ ਨੂੰ ਨਾ ਸੁਣਦੇ, ਜਿੱਥੇ ਮੈਂ ਉਹਨਾਂ ਦੀਆਂ ਅੱਖਾਂ ਤੇ ਖੋਪੇ ਬਲਦ ਗਲ 'ਚ ਟੱਲੀ ਲਾਈ, ਹੁਣ ਮੈਂ ਉਹਨਾਂ ਦੇ ਕੰਨਾਂ 'ਚ ਰੂਮ ਹੀ ਦੇ ਦੇਣਾ ਤਾਂ ਕਿ ਤੇਰੀ ਇਸ ਚੰਗੀ ਗੱਲ ਨੂੰ ਸੁਣ ਕੇ ਕਿਤੇ ਏਦਾਂ ਨਾ ਕਰਨ। ਸਾਡਾ ਸਮਾਜ ਏਦਾਂ ਦਾ ਜੀ, ਜਿੱਥੇ ਜਿਹਦੀਆਂ ਅੱਖਾਂ ਦੇ ਉੱਤੇ ਅਗਿਆਨਤਾ ਦੀ ਪੱਟੀ ਵੱਜੀ ਆ, ਜਿਹਦੇ ਗਲ 'ਚ ਵਹਿਮਾਂ ਭਰਮਾਂ ਦੀ ਟੱਲੀ ਪਈ ਹੋਈ ਆ, ਉਹ ਜੇ ਕੋਈ ਸੱਚ ਦੀ ਗੱਲ ਸੁਣਾਉਂਦਾ ਹੈ ਨਾ ਤਾਂ ਇਹੋ ਜਿਹੇ ਲੋਕ ਕੰਨਾਂ 'ਚ ਰੂੰ ਦੇਣ ਲੱਗਦੇ ਨੇ, ਚਾਹੇ ਉਹ ਪ੍ਰਬੰਧਕ ਲੋਕ ਹੋਣ, ਚਾਹੇ ਸਾਡੇ ਕੋਈ ਵੀ ਪ੍ਰਚਾਰ ਕਰਨ ਵਾਲੇ ਲੋਕ ਹੋਣ। ਸੱਚੀ ਗੱਲ ਜਨਤਾ ਦੇ ਜ਼ਿਹਨ ਵਿੱਚ ਪੈਣ ਹੀ ਨਹੀਂ ਦੇਣਾ ਚਾਹੁੰਦੇ, ਇਸੇ ਕਰਕੇ ਮਤਲਬ ਇਹ ਪਰੇਸ਼ਾਨੀਆਂ ਆਉਂਦੀਆਂ। ਇੱਕ ਵਿਆਖਿਆਕਾਰਾਂ ਦੀ ਮੈਂ ਜ਼ਰੂਰ ਤੁਹਾਡੇ ਮੂਹਰੇ ਗੱਲ ਔਰ ਸਵਾਲ ਕਰਨਾ ਚਾਹਣਾ। ਸਾਡੇ ਵਿਆਖਿਆਕਾਰ ਹੈ ਜਿਹੜੇ, ਔਰ ਸੋ ਕਾਲਡ ਵਿਆਖਿਆਕਾਰ ਦੀ ਗੱਲ ਕਰਦਾ ਮੈਂ, ਔਰ ਪ੍ਰਚਾਰਕ ਹੈ ਜਿਹੜੇ, ਉਹ ਸਾਖੀਆਂ ਬੜੀਆਂ ਸੁਣਾਉਂਦੇ ਆ। ਔਰ ਮੈਂ ਇਹ ਦੇਖੋ ਬੜਾ ਵੱਡਾ ਸਵਾਲ ਹੈ, ਵਿਸ਼ਾ ਹੈ, ਆਪਾਂ ਆਉਣ ਵਾਲੇ ਦਿਨਾਂ 'ਚ ਵੀ ਇਹਦੇ ਉੱਪਰ ਵੀ ਚਰਚਾ ਕਰਾਂਗੇ। ਕਈ ਵਾਰੀ ਉਹ ਸਾਖੀਆਂ ਸੁਣ ਕੇ ਅਸੀਂ ਭਾਵਕ ਹੋ ਜਾਂਦੇ ਹਾਂ, ਜਦੋਂ ਕਿਤੇ ਗੁਰਦੁਆਰੇ ਦੇ ਵਿੱਚ ਬੈਠੇ ਸੁਣਦੇ ਹਾਂ ਤਾਂ ਸਾਖੀਆਂ ਸੁਣ ਕੇ ਬੜੇ ਪ੍ਰਭਾਵਿਤ ਹੁੰਦੇ ਹਾਂ, ਭਾਵਕ ਹੁੰਦੇ ਹਾਂ। ਔਰ ਅਸੀਂ ਕਈ ਵਾਰੀ ਅਸੀਂ ਅਕਸ ਬਣਾ ਲੈਂਦੇ ਹਾਂ, ਸੁਪਨੇ ਸਿਰਜਣ ਲੱਗ ਪੈਂਦੇ ਹਾਂ ਖੁੱਲ੍ਹੀਆਂ ਅੱਖਾਂ ਨਾਲ ਵੀ, ਵਾਕਈ ਯਾਰ ਜੇ ਅਸੀਂ ਉਸ ਸਮੇਂ 'ਚ ਹੁੰਦੇ, ਗੁਰੂ ਸਾਹਿਬਾਨ ਦੇ ਸਮੇਂ 'ਚ ਹੁੰਦੇ ਤਾਂ ਬੜਾ ਚੰਗਾ ਹੁੰਦਾ, ਇੱਦਾਂ ਹੁੰਦਾ, ਉਹ ਹੁੰਦਾ। ਸੋ ਤੁਸੀਂ ਕੀ ਸਮਝਦੇ ਹੋ? ਤੁਹਾਡਾ ਆਪਣਾ ਇੱਕ ਤਜਰਬਾ ਹੈ, ਤੁਸੀਂ ਵੀ ਲੰਬੇ ਸਮੇਂ ਤੋਂ ਇਸ ਸਾਰੇ ਜੋ ਹੈ ਕਾਰਜ ਦੇ ਵਿੱਚ ਤੁਹਾਡਾ ਆਪਣਾ ਇੱਕ ਕਿੱਤਾ ਵੀ ਹੈ। ਤੁਸੀਂ ਕੀ ਸਮਝਦੇ ਹੋ ਕਿ ਵਿਆਖਿਆਕਾਰ ਜੋ ਸਾਖੀਆਂ ਸੁਣਾਉਂਦੇ ਨੇ ਕਿੰਨੀਆਂ ਕੁ ਆਥੈਂਟਿਕ ਹੁੰਦੀਆਂ ਨੇ, ਕਿੰਨੀਆਂ ਕੁ ਸੱਚਾਈ ਉਹਦੇ ਵਿੱਚ ਭਰੀ ਹੁੰਦੀ ਹੈ? ਇਹ ਮੇਰੇ ਖਿਆਲ ਜਿੰਨੇ ਵੀ, ਵੈਸੇ ਤਾਂ ਬਹੁਤ ਸਾਰੇ ਸਵਾਲ ਆਪਣੇ ਬੜੇ ਸੋਹਣੇ ਸੀ, ਪਰ ਇਹ ਮੈਨੂੰ ਕਾਫੀ ਵਧੀਆ, ਹੋਰ ਵੀ ਵਧੀਆ ਲੱਗਾ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਵਾਰ ਇੱਕ ਸਟੇਜ ਹੁੰਦੀ ਹੈ, ਮੰਨ ਲਓ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ, ਉੱਥੇ ਸਾਰੇ ਦਿਨ ਸਟੇਜ ਦੇ ਉੱਤੇ ਬੁਲਾਰੇ ਰਾਗੀ ਢਾਡੀ ਆਉਣੇ ਨੇ। ਮੰਨ ਲਓ ਮੇਰੀ ਵਾਰੀ ਸ਼ਾਮ ਨੂੰ ਆ ਰਹੀ ਹੈ ਤੇ ਮੇਰੇ ਤੋਂ ਪਹਿਲਾਂ ਬੁਲਾਰੇ ਬੋਲ ਗਏ ਨੇ, ਜਾਂ ਮੇਰੀ ਅੱਧ 'ਚ ਆ ਗਈ, ਮੇਰੇ ਤੋਂ ਬਾਅਦ ਵਿੱਚ ਬੁਲਾਰੇ ਬੋਲਣੇ। ਕਈ ਵਾਰ ਉਹ ਸਾਰੀਆਂ ਗੱਲਾਂ ਕਰ ਜਾਂਦੇ ਨੇ ਜਿਹੜੀਆਂ ਗੱਲਾਂ ਦੀ ਗੁਰਬਾਣੀ ਖੁਦ ਹੀ ਕਹਿ ਲਓ ਵੀ ਉਹਨਾਂ ਨੂੰ ਖੰਡਨ ਕਰਦੀ ਹੈ। ਮੰਨ ਲਓ ਹੁਣ ਇੱਕ ਅਸੀਂ ਅਸੀਂ ਛੋਟੇ ਹੁੰਦਿਆਂ ਤੋਂ ਸਾਖੀ ਸੁਣਦੇ ਸੀ ਵੀ ਗੁਰੂ ਨਾਨਕ ਸਾਹਿਬ ਜੀ ਮੱਝਾਂ ਚਾਰਦੇ ਨੇ, ਮੱਝਾਂ ਚਾਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਦੇ ਕੀ ਹੋਇਆ ਵੀ ਉਹ ਖੇਤ ਨੂੰ ਖਾ ਗਈਆਂ ਕਿਸੇ ਕਿਸਾਨ ਦੇ ਨੂੰ, ਉਹਨੇ ਜਾ ਕੇ ਸ਼ਿਕਾਇਤ ਕਰ ਦਿੱਤੀ, ਪਰ ਜਦੋਂ ਵੇਖਣ ਆਏ ਤਾਂ ਸਾਰਾ ਖੇਤ ਫਿਰ ਦੁਬਾਰਾ ਭਰਿਆ ਸੀਗਾ। ਤੇ ਇਸ ਗੱਲ ਦੇ ਵਿੱਚ ਆਪਾਂ ਕਹਿੰਦੇ ਵੀ ਹੋ ਸਕਦਾ ਮੇਰੇ ਵਰਗਾ ਵਿੱਚ ਬੈਠਾ ਜਕਾਰਾ ਵੀ ਛੱਡ ਦੇਵੇ ਵੀ ਗੁਰੂ ਸਾਹਿਬ ਜੀ ਨੇ ਦੇਖੋ ਖੇਤ ਹਰਾ ਭਰਾ ਕਰ ਦਿੱਤਾ। ਪਰ ਅਸੀਂ ਕਦੇ ਵਾਚਦੇ ਨਹੀਂ ਵੀ ਇਹ ਸਾਖੀ ਸੁਣਾ ਕੇ ਅਸੀਂ ਗੁਰੂ ਸਾਹਿਬ ਜੀ ਦੀ ਸਤਿਕਾਰ ਇੱਜ਼ਤ ਵਧਾ ਨਹੀਂ ਸਗੋਂ ਘਟਾ ਰਹੇ ਹਾਂ, ਔਰ ਉਹਨਾਂ ਨੂੰ ਇੱਕ ਰਿਧੀਆਂ ਸਿੱਧੀਆਂ ਪ੍ਰਾਪਤ ਬੰਦਾ ਸਮਝ ਰਹੇ ਹਾਂ। ਦੂਸਰਾ, ਉਹਨਾਂ ਨੂੰ ਅਸੀਂ ਇੱਕ ਵਿਹਲੜ ਤੇ ਆਲਸੀ ਸਿੱਧ ਕਰਦੇ ਵੀ ਗੁਰੂ ਸਾਹਿਬ ਇਦਾਂ ਦੇ ਸੀ ਵੀ ਜੁੰਮੇ ਕੰਮ ਤੇ ਲੈ ਲਿਆ ਵੀ ਮੈਂ ਮੱਝਾਂ ਚਾਰੂੰਗਾ, ਪਰ ਉਹਨੂੰ ਪ੍ਰੋਪਰ ਕਰ ਨਹੀਂ ਰਹੇ, ਆਪ ਕਿਤੇ ਹੋਰ ਬੈਠ ਕੇ ਮੱਝਾਂ ਨਾਲ ਕਿਸੇ ਦਾ ਉਜਾੜਾ ਕਰ ਰਹੇ ਨੇ। ਦੂਜਾ, ਸਾਇੰਸ ਦੇ ਅਕੋਰਡਿੰਗ ਤੇ ਗੱਲ ਵੈਸੇ ਹੀ ਢੁਕਦੀ ਨਹੀਂ ਹੈ। ਅਸੀਂ ਤਾਂ ਇਹਨੂੰ ਐ ਕਰਦੇ ਹੁੰਦੇ ਵੀ ਗੁਰੂ ਸਾਹਿਬ ਜੀ ਨੇ ਵਾਕਈ ਖੇਤ ਹਰਿਆ ਭਰਿਆ ਕੀਤਾ, ਵਾਕਈ ਮੱਝਾਂ ਖੇਤ ਖਾ ਰਹੀਆਂ ਸੀ, ਪਰ ਉਹ ਮੱਝਾਂ ਕਿਹੜੀਆਂ ਸੀ, ਉਹ ਖੇਤ ਕਿਹੜਾ ਸੀ ਤੇ ਹਰਾ ਭਰਾ ਕਿਵੇਂ ਹੋਇਆ? ਖੇਤ ਸੀ ਉਹ ਇਹ ਸਮਾਜ, ਮੱਝਾਂ ਸੀ ਉਹ ਇਸਥੋਂ ਦੇ ਧਾਰਮਿਕ ਲੋਟੂ ਲੋਕ ਜਿਹੜੇ ਸਮਾਜ ਨੂੰ ਲੁੱਟ ਕੇ ਖਾ ਰਹੇ ਸੀ। ਗੁਰੂ ਸਾਹਿਬ ਜੀ ਨੇ ਆਪਣੇ ਗਿਆਨ ਦੀ ਹੱਦ ਦੇ ਨਾਲ ਉਸ ਚੀਜ਼ ਨੂੰ ਦੁਬਾਰੇ ਹਰਿਆ ਭਰਿਆ ਕੀਤਾ, ਵਿਚਾਰਧਾਰਾ ਦੇ ਨਾਲ। ਹੁਣ ਇਹੋ ਜਿਹੀਆਂ ਸਾਖੀਆਂ ਜਦੋਂ ਅਸੀਂ ਹੁਣ ਮੱਝਾਂ ਚਾਰਨ ਵਾਲੀ ਸਾਖੀ, ਸੱਪ ਨੂੰ ਛਾਂ ਕਰਨ ਵਾਲੀ ਸਾਖੀ, ਵੇਈ ਨਦੀ 'ਚ ਡੁੱਬਣ ਵਾਲੀ ਸਾਖੀ, ਹੋਰ ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ ਜੀ ਜਿਹੜੀਆਂ ਸਮਾਂ ਮੰਗਦੀਆਂ ਨੇ ਤੇ ਗੁਰਬਾਣੀ ਦੀ ਕਸਵੱਟੀ ਮੰਗਦੀਆਂ ਨੇ। ਅਗਲੇ ਆਉਣ ਵਾਲੇ ਐਪੀਸੋਡ ਦੇ ਵਿੱਚ ਸਾਖੀਆਂ ਉੱਪਰ ਜ਼ਰੂਰ ਚਰਚਾ ਕਰਾਂਗੇ, ਔਰ ਸਾਡੇ ਜੋ ਪ੍ਰਚਾਰਕ ਹੈ, ਸਾਡੇ ਵਿਆਖਿਆਕਾਰਾਂ ਦਾ ਅਸਲ ਦੇ ਵਿੱਚ ਰੁਤਬਾ ਬੜਾ ਉੱਚਾ ਹੈ, ਔਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਹੋਣੀਆਂ ਚਾਹੀਦੀਆਂ। ਔਰ ਹੋ ਸਕਦਾ ਸਾਡੇ ਜਿਹੜੇ ਵਿਆਖਿਆਕਾਰ ਭਰਾ ਏ ਜਾਂ ਪ੍ਰਚਾਰਕ ਭਰਾ ਉਹ ਵੀ ਸਾਡਾ ਪ੍ਰੋਗਰਾਮ ਜ਼ਰੂਰ ਦੇਖਣ, ਤਾਂ
ਅਸੀਂ ਮਾਫੀ ਚਾਹੁੰਦੇ ਹਾਂ ਕਿ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰਾਂਗੇ, ਆਉਣ ਵਾਲੇ ਦਿਨਾਂ ਦੇ ਉੱਪਰ ਅਸੀਂ ਚਰਚਾ ਕਰਾਂਗੇ, ਪਰ ਪਿਨ ਪੁਆਇੰਟ ਨਹੀਂ ਕਰਾਂਗੇ। ਸਿਰਫ ਇਹ ਜ਼ਰੂਰ ਟਰਾਈ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਜਿਹੜੀ ਗੱਲ ਸੱਚੀ ਹੈ, ਆਥੈਂਟਿਕ ਹੈ, ਲੌਜੀਕਲੀ ਸਾਇੰਟੀਫਿਕ ਹੈ, ਤਾਂ ਉਹ ਅਸੀਂ ਲੋਕਾਂ ਤੱਕ ਜ਼ਰੂਰ ਲੈ ਕੇ ਆਵਾਂਗੇ। ਬਿਲਕੁਲ ਜੀ। ਮੈਂ ਤੇ ਅਖੀਰ ਤੇ ਕੋਈ ਬੋਲ ਕਹਿ ਕੇ ਸਮਾਪਤੀ ਵਾਲੇ ਪਾਸੇ ਚਾਹੂੰਗਾ ਵੀ ਅਸਲੀਅਤ ਇਹ ਆ ਵੀ ਬੁੱਲੇ ਸ਼ਾਹ ਕਹਿੰਦਾ, ਬੁੱਲੇ ਸ਼ਾਹ ਰੱਬ ਢੂੰਡਣ ਚੱਲੇ, ਢੂੰਡ ਢੂੰਡ ਕੇ ਥੱਕੇ, ਨਾ ਰੱਬ ਮਿਲਿਆ ਵਿੱਚ ਮੰਦਰਾਂ ਦੇ, ਨਾ ਰੱਬ ਮਿਲਿਆ ਮੱਕੇ, ਰੱਬ ਦੇ ਨਾਂ ਤੇ ਲੁੱਟਣ ਬਹਿ ਗਏ ਚੋਰ ਚੌਧਰੀ ਚੱਕੇ, ਰੱਬ ਮਿਲਿਆ ਤੇ ਅੰਦਰੋਂ ਮਿਲਿਆ, ਬਾਕੀ ਐਵੇਂ ਹੀ ਖਾਦੇ ਧੱਕੇ। ਵੀ ਸੱਚਮੁੱਚ ਸਮਾਜ ਦੇ ਵਿੱਚ ਜੋ ਕੁਝ ਹੋ ਰਿਹਾ ਨਾ, ਉਹਨੂੰ ਕਦੇ ਗੁਰਬਾਣੀ ਦੀ ਕਸਵੱਟੀ ਤੇ ਵਾਚ ਕੇ ਵੇਖੀਏ ਨਾ, ਫਿਰ ਪਤਾ ਲੱਗਦਾ ਵੀ ਕੀ ਕੁਝ ਗੁਰੂ ਸਾਹਿਬ ਦੇ ਗਏ ਸੀ ਤਾਂ ਅਸੀਂ ਕਿਸ ਰਾਹ ਦੇ ਉੱਤੇ ਤੁਰ ਪਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਈ ਸਾਹਿਬ ਜੀ। ਔਰ ਜੋ ਅੱਜ ਦਾ ਜੋ ਨਤੀਜਾ, ਜੋ ਸਿੱਟਾ ਨਿਕਲਿਆ ਜੋ ਅੱਜ ਸਾਡੇ ਵਿਸ਼ੇ ਦਾ, ਕਿ ਇਹ ਸੀ ਕਿ ਵੀ ਅਸੀਂ ਸ਼ਬਦਾਂ ਨੂੰ ਨਾ ਫੜੀਏ, ਸ਼ਬਦਾਂ ਦੇ ਮਗਰ ਪਈ ਹੋਈ ਗਹਿਰਾਈ ਨੂੰ ਦੇਖੀਏ, ਜੋ ਸਾਨੂੰ ਸਿੰਬਲ ਦਿੱਤੇ ਗਏ ਆ, ਦ੍ਰਿਸ਼ਟਾਂਤ ਦਿੱਤੇ ਗਏ ਆ, ਉਹਨਾਂ ਨੂੰ ਜ਼ਰੂਰ ਵਿਚਾਰੀਏ। ਜਿਵੇਂ ਕਹਿੰਦੇ ਆ ਨਾ ਕਿ ਗੁਰਬਾਣੀ 'ਚ ਹੀ ਆਉਂਦਾ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਕਹਿਣ ਦਾ ਭਾਵ ਇਹ ਹੈ ਕਿ ਵੀ ਵਿਚਾਰਨ ਦੇ ਨਾਲ, ਵਿਦਿਆ ਨੂੰ ਵਿਚਾਰਨਾ ਹੈ, ਅਸੀਂ ਵਿਦਿਆ ਨੂੰ ਵਿਚਾਰੀ ਨਾ ਬਣਾਈਏ, ਬੱਬੇ ਵਾਲੀ ਵਿਚਾਰੀ ਨਾ ਬਣਾਈਏ, ਸੋਚਣ ਵਾਲੀ, ਉਹਦੇ ਉੱਪਰ ਅਸੀਂ ਤਰਕ ਆਧਾਰਿਤ, ਅਸੀਂ ਅਸਲ ਦੇ ਵਿੱਚ ਅਸੀਂ ਉਹਨੂੰ ਵਿਚਾਰਨਾ, ਇਹ ਜ਼ਰੂਰੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ, ਔਰ ਤੁਹਾਡਾ ਵੀ ਸ਼ੁਕਰੀਆ ਦਰਸ਼ਕੋ, ਤੁਸੀਂ ਪ੍ਰੋਗਰਾਮ ਨੂੰ ਬਹੁਤ ਪਿਆਰ ਦੇ ਰਹੇ ਹੋ, ਔਰ ਤੁਹਾਡਾ ਫੋਨ ਕਾਲ ਕਰਕੇ ਸਾਡੀ ਪ੍ਰਸ਼ੰਸਾ ਕਰਨਾ, ਇਸ ਟੀਵੀ ਚੈਨਲ ਦੀ ਪ੍ਰਸ਼ੰਸਾ ਕਰਨਾ, ਇਹ ਬੜੀ ਹੀ ਦਿਆਲਤਾ ਭਰੀ ਗੱਲ ਹੈ, ਤੁਸੀਂ ਕਰਦੇ ਹੋ। ਔਰ ਇਸੇ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਹੋਰ ਫੀਡਬੈਕ ਦਿਓ, ਹੋਰ ਸਾਨੂੰ ਦੱਸੋ ਕਿ ਅਸੀਂ ਆਪਣੇ ਪ੍ਰੋਗਰਾਮਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਿਖਾਰ ਲਿਆ ਸਕੀਏ। ਅੱਜ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਨਵੇਂ ਮਹਿਮਾਨ ਅਤੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ।